ਕਾਂਛੀ ਟੀਵੀ ਦੇ ਪ੍ਰੋਗਰਾਮ ਲੈ ਕੇ ਆ ਬੈਠੇ ਹਾਂ। ਸਾਰਿਆਂ ਨੂੰ ਬਹੁਤ ਸਾਡੇ ਵੱਲੋਂ ਪਿਆਰ ਦੇ ਨਾਲ ਜੈ ਗੁਰਦੇਵ ਤੇ ਗੁੱਡ ਈਵਨਿੰਗ ਜੀ। ਤੇ ਬਾਕੀ ਅਸੀਂ ਕਾਂਛੀ ਟੀਵੀ ਤੇ ਪਹਿਲੇ ਪ੍ਰੋਗਰਾਮ ਸਟਾਰਟ ਹੋ ਗਿਆ, ਸਾਨੂੰ ਪਤਾ ਨਹੀਂ ਲੱਗਾ ਜੀ, ਸੌਰੀ ਆ। ਤੇ ਬਾਕੀ ਅਸੀਂ ਪ੍ਰੋਗਰਾਮ ਮਹਿਕ ਪੰਜਾਬੀ ਦੇ ਵਿੱਚ ਆ ਬੈਠੇ ਹਾਂ। ਹੋ ਸਕਦਾ ਤੁਸੀਂ ਵੀ ਸਾਰੇ ਭੈਣ ਭਰਾ ਰੈਡੀ ਬੈਠੇ ਹੋਵੋਗੇ ਤੇ ਆਪਾਂ ਬੋਲੀਆਂ ਘੋੜੀਆਂ ਸੁਹਾਗ ਲੈ ਕੇ ਆਏ ਆ ਤੇ ਤੁਸੀਂ ਵੀ ਸਾਰੇ ਭੈਣ ਭਰਾ ਘਰਾਂ ਦੇ ਵਿੱਚ ਰੈਡੀ ਬੈਠੇ ਹੋਵੋਗੇ ਤੇ ਤੁਸੀਂ ਵੀ ਬੋਲੀਆਂ ਘੋੜੀਆਂ ਲੈ ਕੇ ਆ ਸਕਦੇ। ਕਿਸੇ ਨੇ ਕਵਿਤਾ ਪੜ੍ਹਨੀ ਹੋਵੇ ਜਾਂ ਕੋਈ ਉੱਦਾਂ ਗੱਲ ਕਰਨੀ ਹੋਵੇ ਤੁਸੀਂ ਆ ਕੇ ਕਰ ਸਕਦੇ ਆ। ਤੇ ਬਾਕੀ ਮੌਸਮ ਬਹੁਤ ਸੋਹਣਾ ਤੇ ਸਾਰੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਣਗੇ, ਚਾਹ ਪਾਣੀ ਚੱਲ ਰਿਹਾ ਹੋਵੇਗਾ। ਤੇ ਬਾਕੀ ਸਾਰਿਆਂ ਦਾ ਅਸੀਂ ਬਹੁਤ ਬਹੁਤ ਕਾਂਛੀ ਟੀਵੀ ਦੇ ਵਿਹੜੇ ਦੇ ਵਿੱਚ ਸਵਾਗਤ ਕਰਦੇ, ਜਿੰਨੇ ਵੀ ਦੇਖ ਰਹੇ ਦੂਰ ਨੇੜੇ ਵਾਲੇ। ਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ ਤੇ ਤੁਸੀਂ ਆ ਕੇ ਸਾਡੇ ਨਾਲ ਫੋਨ ਤੇ ਗੱਲ ਕਰਿਆ ਕਰੋ ਤਾਂ ਆਪਾਂ ਫਿਰ ਬੋਲੀਆਂ ਘੋੜੀਆਂ ਤੁਸੀਂ ਵੀ ਲੈ ਕੇ ਆਇਆ ਕਰੋ। ਸਾਨੂੰ ਵੀ ਪਤਾ ਲੱਗਦਾ ਹੈ ਜਦੋਂ ਅਸੀਂ ਬਾਹਰ ਜਾਈਦਾ। ਇੱਕ ਦੇਖੋ ਆਪਾਂ ਨੇੜੇ ਰਹਿੰਦੇ ਬੈਂਸਵਰੀ, ਤਾਂ ਮੈਨੂੰ ਭੈਣ ਜੀ ਕਹਿੰਦੇ ਅਸੀਂ ਤੁਹਾਨੂੰ ਰੋਜ਼ ਦੇਖਦੇ। ਮੈਂ ਕਿਹਾ ਤੁਸੀਂ ਫੋਨ ਕਰ ਲਿਆ ਕਰੇ, ਕਹਿੰਦੇ ਸਾਡਾ ਲੱਗਦਾ ਹੀ ਨਹੀਂ ਫੋਨ। ਹਾਂਜੀ, ਕਹਿੰਦੇ ਜਦ ਅਸੀਂ ਦੇਖਣ ਲੱਗੀ ਤਾਂ ਬਾਅਦ ਚ ਐਂਡ ਤੇ ਕਹਿੰਦੇ ਹੁਣ ਲਾਈਨ ਚਲੇ ਗਈ, ਪਿੱਛੇ ਚਲੇ ਗਈ ਤੇ ਫਿਰ ਕਹਿੰਦੇ ਸਾਨੂੰ ਹਾਰ ਕੇ ਬਹਿਣਾ ਪੈਂਦਾ, ਨਾ ਸਾਡੇ ਕੋਲ ਪ੍ਰੋਗਰਾਮ ਚੰਗੀ ਤਰ੍ਹਾਂ ਦੇਖ ਹੁੰਦਾ ਤੇ ਨਾ ਸਾਡੇ ਕੋਲ ਕਾਲ ਲੱਗਦੀ ਹੈ ਹਨਾ। ਤੇ ਕਈ ਵਾਰ ਇਦਾਂ ਵੀ ਹੋ ਜਾਂਦੀ ਹੈ ਨਾ ਜੀ। ਤੇ ਫਿਰ ਤੁਸੀਂ ਪਹਿਲਾਂ ਹੀ ਫੋਨ ਲਾ ਕੇ ਤਾਂ ਤੁਸੀਂ ਗੱਲ ਕਰਿਆ ਕਰੋ। ਅਸੀਂ ਸਾਰਿਆਂ ਨੂੰ ਇਦਾਂ ਹੀ ਕਹੀਦਾ ਤੁਸੀਂ ਪਹਿਲਾਂ ਹੀ ਫੋਨ ਲਾ ਲਿਆ ਕਰੋ, ਪਰ ਪਹਿਲਾਂ ਵੀ ਤੁਹਾਨੂੰ ਪਤਾ ਹੈ ਸਾਰੇ ਵੀ ਨਹੀਂ ਲਾ ਸਕਦੇ ਹੈਗੇ ਤੇ ਬਾਰੀ ਸਿਰੇ ਬਾਰੀ ਆਉਣੀ ਆ। ਤੇ ਬਾਕੀ ਤੁਸੀਂ ਜਦੋਂ ਵੀ ਪ੍ਰੋਗਰਾਮ ਦੇ ਵਿੱਚ ਆਉਂਦੇ ਹੁੰਦੇ ਆ ਤੇ ਸਾਨੂੰ ਬਹੁਤ ਅੱਛਾ ਲੱਗਦਾ ਹੈ ਜਦੋਂ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਆ। ਤੁਹਾਡੀਆਂ ਗੱਲਾਂ ਬਾਤਾਂ ਦੇ ਨਾਲ ਹੀ ਸਾਰਿਆਂ ਨੂੰ ਜਿੱਦਾਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਆ ਤੇ ਅਸੀਂ ਵੀ ਤੁਹਾਡੇ ਕੋਲੋਂ ਸਿੱਖ ਰਹੇ ਹਾਂ। ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ, ਭੈਣਾਂ ਭਰਾਵਾਂ ਤੋਂ ਨਵੀਆਂ ਗੱਲਾਂ ਦਾ ਪਤਾ ਲੱਗਦਾ ਆ। ਤੇ ਅਸੀਂ ਕਿਹੜਾ ਇੱਥੇ ਡਿਗਰੀਆਂ ਲਈਆਂ ਹੋਈਆਂ ਤੇ ਤੁਸੀਂ ਇੱਥੇ ਸਾਡੇ ਨਾਲ ਆ ਕੇ ਗੱਲਬਾਤ ਕਰਦੇ ਆ ਤਾਂ ਸਾਨੂੰ ਵੀ ਬਹੁਤ ਵਧੀਆ ਲੱਗਦਾ। ਤੇ ਤੁਸੀਂ ਵੀ ਲੈ ਕੇ ਆ ਜਾਓ ਆਪਣੀਆਂ ਬੋਲੀਆਂ ਘੋੜੀਆਂ ਸੁਹਾਗ ਜੀ। ਤੇ ਪਹਿਲਾਂ ਤੁਸੀਂ ਬੁਲਾ ਲਓ ਜੀ ਜੈ ਗੁਰਦੇਵ। ਹਾਂਜੀ, ਆਪ ਸਭ ਨੂੰ ਜੈ ਗੁਰਦੇਵ ਜੀ, ਸਤਿ ਸ੍ਰੀ ਅਕਾਲ ਜੀ ਤੇ ਵੈਰੀ ਗੁੱਡ ਈਵਨਿੰਗ ਆਖਦੇ ਜੀ। 11 ਤਰੀਕ ਹੋ ਗਈ ਅਕਤੂਬਰ ਮਹੀਨੇ ਦੀ, ਅਕਤੂਬਰ 2021। ਸੋ ਸ਼ਾਮ ਦੇ UK ਟਾਈਮ ਦੇ ਹਿਸਾਬ ਨਾਲ 6 ਵੱਜ ਚੁੱਕੇ ਆ ਜੀ। ਹਮੇਸ਼ਾ ਦੀ ਤਰ੍ਹਾਂ ਹਰ ਹਫਤੇ ਤੁਹਾਡੇ ਹਾਜ਼ਰੀ ਭਰਦੇ 6 ਵਜੇ ਸੋਮਵਾਰ ਨੂੰ, ਔਰ ਉਮੀਦ ਕਰਦੇ ਵੀ ਸਭ ਠੀਕ ਠਾਕ ਵੀ ਹੋਣਗੇ। ਮੌਸਮ ਵੀ ਬਹੁਤ ਵਧੀਆ ਚੱਲ ਰਿਹਾ ਹੈਗਾ, 3-4 ਦਿਨ ਤਾਂ ਅਜੇ ਹੋਰ ਚੱਲੂਗਾ। ਥਰਸਡੇ ਤੱਕ ਉਮੀਦਾਂ ਹੈਗੀਆਂ ਵੀ 15-16 ਡਿਗਰੀ ਔਰ ਸੁੱਕਾ ਮੌਸਮ ਹੋਊਗਾ। ਤੇ ਚਲੋ ਜੀ ਕੋਈ ਗੱਲਬਾਤ ਜੀ ਆਪਾਂ ਜਾਂਦੇ ਪਹਿਲਾਂ ਕੋਲ ਵੱਲ। ਹੈਲੋ ਜੀ, ਹੈਲੋ ਜੀ, ਹੈਲੋ ਜੀ, ਕੌਣ ਤਾਂ ਕਿੱਥੋਂ ਬੋਲ ਰਿਹਾ ਜੀ? ਹਾਂਜੀ, ਮੈਂ ਨਛੱਤਰ ਬੋਲਦੀ ਹਾਂ ਲੰਡਨ ਤੋਂ। ਹਾਂਜੀ, ਸਤਿ ਸ੍ਰੀ ਅਕਾਲ ਤੁਹਾਨੂੰ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਨਛੱਤਰ ਕੌਰ ਜੀ। ਕੀ ਕਹਿਣਾ ਚਾਹੁੰਦੇ ਹੋ? ਮੈਂ ਤੁਹਾਨੂੰ ਇੱਕ ਸੁਹਾਗ ਸੁਣਾਉਂਦੀ ਆ। ਆ ਜਾਓ ਜੀ, ਲੈ ਆਓ ਜੀ। ਸਾਨੂੰ ਪੁੱਛਣਾ ਜੀ? ਹਾਂਜੀ ਹਾਂਜੀ, ਲੈ ਆਓ ਜੀ, ਸੁਹਾਗ ਗਾਓ ਤੁਸੀਂ। ਉਸ ਹਵੇਲੀ ਜਾਨੀ ਬੀਬੀ ਜਿੱਥੇ ਸੁੱਤਾ ਤੇਰਾ ਬਾਬਾ, ਉਸ ਹਵੇਲੀ ਜੀ ਜਾਨੀ ਬੀਬੀ ਜਿੱਥੇ ਸੁੱਤਾ ਤੇਰਾ ਬਾਬਾ, ਤੂੰ ਕਿਉਂ ਸੁੱਤਾ ਮੇਰੇ ਲਖੀਆ ਬਾਬਾ ਘਰ ਸਾਜਨ ਆਏ, ਤੂੰ ਕਿਉਂ ਸੁੱਤਾ ਮੇਰੇ ਲਖੀਆ ਬਾਬਾ ਘਰ ਸਾਜਨ ਆਏ। ਜੀ ਨਾ ਮੈਂ ਸੁੱਤਾ ਨਾ ਮੈਂ ਜਾਗਾ ਬੀਬੀ ਨੈਣੀ ਨੀਂਦ ਨਾ ਆਵੇ, ਨਾ ਮੈਂ ਸੁੱਤਾ ਨਾ ਮੈਂ ਜਾਗਾ ਬੀਬੀ ਨੈਣੀ ਨੀਂਦ ਨਾ ਆਵੇ। ਉਸ ਹਵੇਲੀ ਜਾਨੀ ਬੀਬੀ ਜਿੱਥੇ ਸੁੱਤਾ ਤੇਰਾ ਪਿਤਾ, ਉਸ ਹਵੇਲੀ ਜਾਨੀ ਬੀਬੀ ਜਿੱਥੇ ਸੁੱਤਾ ਤੇਰਾ ਪਿਤਾ, ਜੀ ਤੂੰ ਕਿਉਂ ਸੁੱਤਾ ਮੇਰੇ ਲਖੀਆ ਬਾਵਲੇ ਘਰ ਸਾਜਨ ਆਏ, ਤੂੰ ਕਿਉਂ ਸੁੱਤਾ ਮੇਰੇ ਲਖੀਆ ਬਾਵਲੇ ਘਰ ਸਾਜਨ ਆਏ। ਜੀ ਨਾ ਮੈਂ ਸੁੱਤਾ
ना मैं जागा बेटी नैनी नींद ना आवे, ना मैं सुता ना मैं जागा बीबी नैनी नींद ना आवे। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਜੀ, ਬਹੁਤ ਸੋਹਣਾ ਸੁਹਾਗ ਗਾਇਆ ਤੁਸੀਂ, ਆਵਾਜ਼ ਵੀ ਬਹੁਤ ਵਧੀਆ ਸੀ। ਤੇ ਇਹਦੇ ਨੈਕਸਟ ਟਾਈਮ ਵੀ ਆ ਕੇ ਜਰੂਰ ਨੈਕਸਟ ਵੀਕ ਵੀ ਆਇਓ, ਤਾਂ ਬਹੁਤ ਸੋਹਣਾ ਸੀਗਾ, ਤੁਹਾਡੀ ਆਵਾਜ਼ ਵੀ ਬਹੁਤ ਵਧੀਆ ਸੀਗੀ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਹਾਂਜੀ, ਨਛੱਤਰ ਕੌਰ ਜੀ ਲੰਡਨ ਤੋਂ ਸੀ। ਲੰਡਨ ਤੋਂ ਸੀ। ਹਾਂਜੀ, ਬਹੁਤ ਸੋਹਣਾ ਸੀਗਾ ਸੁਹਾਗ ਗਾਇਆ ਉਹਨੇ। ਹਾਂਜੀ, ਉਹ ਮੈਂ ਜਿਹੜਾ ਪਿਛਲੀ ਵੀਕ ਗਾਉਂਦੀ ਸੀ ਨਾ, ਉਹਦੇ ਨਾਲ ਦਾ ਸੀਗਾ ਇਹ। ਹਾਂਜੀ, ਸਾਜਨ ਬਹੁਤੇ ਹੈ ਜਿਹੜਾ ਸੀਗਾ। ਹਾਂਜੀ, ਹਾਂਜੀ, ਸੋਹਣਾ ਸੀਗਾ, ਬਹੁਤ ਵਧੀਆ ਗਾਇਆ ਹਨਾ। ਤੇ ਇਦਾਂ ਆ ਬਈ ਇੱਕ ਤਾਂ ਹੁੰਦੇ ਆ ਜਿੱਦਾਂ ਏਰੀਆ ਤੇ ਵੀ ਡਿਪੈਂਡ ਹੈ ਹਨਾ। ਕਈ ਏਰੀਆ 'ਚ ਹੋਰ ਤਰ੍ਹਾਂ ਗਾਉਂਦੇ ਆ, ਜਿੱਦਾਂ ਡਿਫਰੈਂਟ ਥੋੜਾ ਉਹੀ ਗੀਤ ਜਿੱਦਾਂ ਥੋੜਾ ਡਿਫਰੈਂਟ ਹੇਕਾਂ ਹੁੱਕਾਂ ਲਾ ਦਿੰਦੇ ਆ ਹਨਾ। ਉਹ ਤਾਂ ਥੋੜੀ ਦੂਰ ਹੀ ਬਦਲ ਜਾਂਦੀ ਹੈ, ਤਰਜਾਂ ਵੀ ਬਦਲ ਜਾਂਦੀਆਂ ਤੇ ਥੋੜੇ ਜਿਹਾ ਗੱਲਾਂ ਬਾਤਾਂ ਵੀ ਬਦਲ ਜਾਂਦੀਆਂ। ਹਾਂਜੀ, ਹਾਂਜੀ, ਥੋੜੀ ਦੂਰ ਤੱਕ ਜਾ ਕੇ। ਹਾਂਜੀ, ਪੜੋ ਹੁਣ ਤੁਸੀਂ, ਤੇ ਨਹੀਂ ਤਾਂ ਫਿਰ ਸਾਡੀਆਂ ਤਾਂ ਲਾਈਨਾਂ ਲੱਗ ਜਾਣੀਆਂ ਫਿਰ ਗੱਲਾਂ ਦੀਆਂ। ਹਾਂਜੀ, ਮੈਂ ਇੱਕ ਪੜ੍ਹਦੀ ਹਾਂ। ਲੌਂਗਾਂ ਦੇ ਵਪਾਰੀ ਆਏ, ਆਉਂਦੇ ਬਾਗੀਆਂ ਉਤਰੇ, ਅੰਦਰ ਵੜ ਕੇ ਨਾਰੋ ਮੇਰੇ ਬਾਬਲ, ਤੇਰੇ ਸਦੇ ਤੇ ਆਇ ਉਤਰੇ। ਮੈਂ ਨਾ ਸਦੇ ਮੇਰੀ ਲਾਡ ਲਾੜਕੀਏ, ਪੁੱਤ ਵੀ ਆਵਣੇ ਆਇ ਉਤਰੇ, ਅੰਦਰ ਵੜ ਕੇ ਨਾਰੋ ਮੇਰੇ ਵੀਰਾ, ਤੇਰੇ ਸੱਦੇ ਤੇ ਆਇ ਉਤਰੇ। ਮੈਂ ਨਾ ਸੱਦੇ ਮੇਰੀ ਲਾਡਲੀਏ ਭੈਣੇ, ਪੁੱਤਰ ਵੀ ਆਵਣੇ ਆਇ ਉਤਰੇ। ਏਦਾਂ ਬਸ ਗਾਈ ਜਾਣਾ ਜੀ, ਕਿਸੇ ਦਾ ਨਾਮ ਲੈ ਲੈ ਕੇ। ਹਾਂਜੀ, ਗਾਈ ਜਾਓ ਬਸ, ਗਾਈ ਜਾਵਾਂ ਇੱਦਾਂ ਹੀ ਗਾਈ ਜਾਓ ਤੁਸੀਂ। ਜੀ, ਕਿੱਦਾਂ ਕਿਹਾ ਨਾ ਕੋਈ ਇੱਦਾਂ ਗਾਈ ਜਾਣ, ਪਰ ਗਾਈ ਜਾਓ ਇੱਦਾਂ। ਗਾਈ ਜਾਵਾਂ, ਲੱਗੀ ਰਵਾਂ ਨਾ। ਹਾਂਜੀ, ਹਾਂਜੀ, ਹੁਣ ਜਾਂਦੇ ਹਾਂਜੀ। ਕਾਲ ਵੱਲ। ਹੈਲੋ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਜੈ ਗੁਰਦੇਵ ਜੀ। ਸਤਿ ਸ੍ਰੀ ਅਕਾਲ ਜੀ, ਜੈ ਗੁਰਦੇਵ ਜੀ, ਸਵਾਗਤ ਹੈ ਵੀਰ ਜੀ। ਮੈਂ ਸਰਵੋਤਮ ਸਿੰਘ ਬਿੰਦਰਾ ਬੋਲ ਰਿਹਾ ਹੰਸੋ ਤੋਂ। ਹਾਂਜੀ, ਕੀ ਨਾਂ ਜੀ, ਕੀ ਨਾਂ ਦੱਸਿਆ? ਥੈਂਕ ਯੂ ਜੀ। ਕੀ ਨਾਮ ਦੱਸਿਆ ਜੀ? ਜਗਜੀਤ ਸਿੰਘ ਜਿਹੜੇ ਮਸ਼ਹੂਰ ਗਜ਼ਲ ਗਾਇਕ ਸੀਗੇ, ਕਿੰਗ ਆਫ ਗਜ਼ਲ, ਉਹਨਾਂ ਦੀ 10ਵੀਂ ਬਰਸੀ ਸੀ। ਹਾਂਜੀ, ਹਾਂਜੀ, ਜਗਜੀਤ ਮੈਂ ਉਹਨਾਂ ਦੀ ਯਾਦ ਵਿੱਚ ਇੱਕ ਉਹਨਾਂ ਦੀ ਗਜ਼ਲ ਪੇਸ਼ ਕਰਨ ਲੱਗਾ। ਠੀਕ ਹੈ ਜੀ। ਮੂੰਹ ਖੋਲ ਦੋ ਕਰਕੇ। चिट्ठी न कोई संदेश, चिट्ठी न कोई संदेश, जाने वो कौन सा देश, जहाँ तुम चले गए, जहाँ तुम चले गए, इस दिल पर लगा के थे, जाने वो कौन सा देश, जहाँ तुम चले गए, जहाँ तुम चले गए। एक आह बड़ी होगी, हमने न सुनी होगी, जाते जाते तुमने आवाज सुनी होगी। हर वक्त यही है गम, उस वक्त कहाँ थे हम, कहाँ तुम चले गए, कहाँ तुम चले गए। इस दिल पर लगाते थे, जाने वो कौन सा देश, जहाँ तुम चले गए, जहाँ तुम चले गए। हर चीज पैशकों से लिखा है तुम्हारा नाम, ये रस्ते घर गलियां तुम्हें कर न सके सलाम। वेरी नाइस।
है दिल में रहेगी बात, जल्दी से छुड़ा कर हाथ, कहाँ तुम चले गए, कहाँ तुम चले गए, इस दिल पर लगा के ठेस, जाने वो कौन सा देश, जहाँ तुम चले गए, जहाँ तुम चले गए। ਥੈਂਕ ਯੂ ਜੀ, ਥੈਂਕ ਯੂ, ਬਹੁਤ ਸੋਹਣਾ ਸੀਗਾ ਜੀ। अब बहुत बढ़िया, थैंक यू जी। बहुत अब बढ़िया। यादों के कांटे। ਥੈਂਕ ਯੂ ਜੀ, ਬਹੁਤ ਵਧੀਆ ਸੀਗਾ ਜੀ ਗਾ ਕੇ। ਡ੍ਰੌਪ ਹੋ ਗਏ ਲੱਗਦਾ। ਹਾਂਜੀ, ਹਾਂਜੀ, ਬਹੁਤ ਵਧੀਆ ਸੀਗਾ ਜਗਜੀਤ ਸਿੰਘ ਜੀ ਦੀ ਗਜ਼ਲ। ਜੀ ਬਹੁਤ, ਹਾਂਜੀ, ਕਹਾਂ ਤੁਮ ਚਲੇ ਗਏ ਹੈ ਨਾ, ਹਾਂਜੀ, ਹਾਂਜੀ। ਬਹੁਤ ਸੋਹਣੀ ਲੱਗਦੀ ਹੈ। ਹਾਂਜੀ, ਹੁਣ ਤੁਸੀਂ ਜਦੋਂ ਸਾਨੂੰ ਟਾਈਮ ਦਿਓਗੇ ਤਾਂ ਉਦੋਂ ਅਸੀਂ ਗੱਲਬਾਤ ਕਰਾਂਗੇ, ਜੇ ਨਹੀਂ ਤਾਂ ਤੁਹਾਡਾ ਆਪਣਾ ਤੁਸੀਂ ਕੈਰੀ ਔਨ ਰੱਖਿਓ, ਤੇ ਜੇ ਸਾਨੂੰ ਟਾਈਮ ਦਿੱਤਾ ਤਾਂ ਅਸੀਂ ਕਰਾਂਗੇ ਗੱਲ, ਨਹੀਂ ਤਾਂ ਐਂਡ ਹੋ ਜਾਣਾ। ਜੇ ਤੁਸੀਂ ਕਰਨੀ ਕਰ ਲਓ ਕੋਈ, ਫਿਰ ਅਸੀਂ ਕਵਾਂਗੇ ਵੀ ਸਾਡੇ ਮਨ ਦੀਆਂ ਮਨ ਵਿੱਚ ਰਹਿ ਗਈਆਂ, ਸਾਡੇ ਪੂਰੇ ਨਹੀਂ ਹੋਏ ਜਾ। ਜੇ ਜਾਂਦੇ ਕੋਲ ਐਂਡ ਤੇ ਹੁੰਦਾ ਹਾਂਜੀ। ਮਨ ਦੀਆਂ ਮਨ ਵਿੱਚ। ਹੈਲੋ ਜੀ, ਹਾਂਜੀ, ਹੈਲੋ ਜੀ, ਕੌਣ ਤਾਂ ਕਿੱਥੋਂ ਬੋੜੇ ਜੀ? ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ, ਕੌਣ ਤਾਂ ਕਿੱਥੋਂ ਬੋੜੇ ਜੀ? ਅਸੀਂ ਇੱਥੇ ਲਾਗੇ ਬੋਲਦੇ ਹਾਂ ਜੀ। ਹਾਂਜੀ, ਠੀਕ ਠਾਕ ਹੈ ਗੁਰਬਖਸ਼ ਕੌਰ ਜੀ ਆ? ਜੀ। ਹਾਂਜੀ ਹਾਂਜੀ, ਸਵਾਗਤ ਹੈ ਗੁਰਬਖਸ਼ ਕੌਰ ਜੀ। ਹਾਂਜੀ, ਠੀਕ ਹੈ। ਤੁਸੀਂ ਨਾ? ਹਾਂਜੀ, ਕੀ ਲੈ ਕੇ ਆਏ ਜੀ? ਆ ਜਾਓ, ਠੀਕ ਠਾਕ ਹੋ ਤੁਸੀਂ? ਹਾਂਜੀ ਹਾਂਜੀ ਠੀਕ ਆ। ਹਾਂਜੀ, ਮੈਂ ਸਵਾਗ ਹੁੰਦੀ ਹੈ ਆ ਜਾਓ ਜੀ, ਲੈ ਆਓ। ਚਿੜੀਏ ਨੀ ਔੜ ਬੈਂਦੜੀਏ ਦਾਰੇ ਔੜ ਬਹਿ ਜਾ ਚਵਾਰੇ, ਜੀ ਕਿਤੇ ਮੇਰਾ ਬਾਬਾ ਧਰਮੀ ਡਿਠਾ, ਜੀ ਡਿਠਾ ਸੀ ਕੋਈ ਸ਼ਹਿਰ ਬਜ਼ਾਰੇ, ਕੋਈ ਨਗਰ ਬਜ਼ਾਰੇ, ਜੀ ਖੰਡ ਚੌਹਾਂ ਦਾ ਬਣ ਜ ਕਰਿੰਦਾ, ਜੀ ਚਿੜੀਏ ਨੀ ਔੜ ਬੈਂਦੜੀਏ ਡਾਰੇ ਔੜ ਬਹਿ ਜਾ ਚਵਾਰੇ, ਕਿਤੇ ਮੇਰਾ ਬਾਬਲ ਧਰਮੀ ਡਿਠਾ, ਜੀ ਬਿਠਾ ਸੀ ਕੋਈ ਸ਼ਹਿਰ ਬਜ਼ਾਰੇ, ਕੋਈ ਨਗਰ ਬਜ਼ਾਰੇ, ਚੱਲੇ ਮੁੰਦੀਆਂ ਦਾ ਬਣ ਜਾ ਕਰਿੰਦਾ, ਜੀ ਚਿੜੀਏ ਨੀ ਔੜ ਬੈਂਦੜੀਏ ਡਾਰੇ ਔੜ ਬਹਿ ਜਾ ਚਵਾਰੇ, ਕਿਤੇ ਮੇਰਾ ਨਾਨਾ ਧਰਮੀ ਡਿਠਾ, ਜੀ ਬਿਠਾ ਸੀ ਕੋਈ ਸ਼ਹਿਰ ਬਜ਼ਾਰੇ, ਕੋਈ ਨਗਰ ਬਜ਼ਾਰੇ, ਸੂਟਾਂ ਬੂਟਾਂ ਦਾ ਬਣ ਜ ਕਰਿੰਦਾ, ਜੀ ਜੈ ਗੁਰਦੇਵ, ਧੰਨ ਗੁਰਦੇਵ ਜੀ। ਥੈਂਕ ਯੂ ਤੁਹਾਡਾ ਬਹੁਤ ਬਹੁਤ ਗੁਰਬਖਸ਼ ਕੌਰ ਜੀ, ਬਹੁਤ ਸੋਹਣਾ ਸੀਗਾ ਇਹ ਸੁਹਾਗ। ਇਹ ਜਿੱਦਾਂ ਜਦੋਂ ਵਹਿੰਦੀਆਂ ਹੁੰਦੀਆਂ ਪਹਿਲਾਂ ਇਹਨੂੰ ਹੀ ਸਟਾਰਟ ਜ਼ਿਆਦਾ ਕਰਦੀਆਂ ਹੁੰਦੀਆਂ। ਸੋਹਣਾ ਵੀ ਸੀ, ਸੋਹਣਾ ਆ, ਗਾਇਆ ਵੀ ਸੋਹਣਾ ਸੀ, ਜੀ ਜੀ, ਆਵਾਜ਼ ਵੀ ਨਿਕਲਦੀ ਸੀ। ਹਾਂਜੀ, ਬਹੁਤ ਵਧੀਆ। ਤੇ ਅਸੀਂ ਤਾਂ ਕਹਿੰਦੇ ਵੀ ਜਦੋਂ ਗਾਉਣਾ ਹੋਵੇ ਤਾਂ ਆਵਾਜ਼ ਜਿਹੜੀ ਆ ਉਹ ਪੂਰੀ ਚੰਗੀ ਹੋਵੇ ਪੂਰੀ ਨਿਕਲੇ ਜੀ। ਤਾਂ ਖੁੱਲ ਕੇ ਫੇਰ ਵਧੀਆ ਲੱਗਦਾ, ਤੇ ਨਾਲੇ ਜਦੋਂ ਵੀ ਗਾਉਣਾ ਹੋਵੇ ਨਾ ਜਾਂ ਕੋਈ ਗੱਲ ਕਰਨੀ ਹੋਵੇ ਕੋਲ ਨੂੰ ਕਰ ਲਵੇ ਫੋਨ ਨੂੰ। ਹਾਂਜੀ, ਤਾਂ ਫਿਰ ਆਵਾਜ਼ ਤੁਹਾਨੂੰ ਚੰਗੀ ਤਰ੍ਹਾਂ ਸੁਣਦੀ। ਕਈ ਵਾਰੀ ਆਪਾਂ ਇਦਾਂ ਕਰਦੇ ਵੀ ਇੱਥੇ ਕਰ ਲੈਂਦੇ ਫੋਨ, ਤਾਂ ਕੋਈ ਗੱਲ ਕਰ ਲੈ ਆਪਾਂ ਨੇ, ਤੇ ਆਪਣੀ ਪੂਰੀ ਗੱਲ ਨਹੀਂ ਜਾਂਦੀ ਫਿਰ। ਜੀ ਹੈਲੋ ਜੀ, ਹੈਲੋ ਜੀ, ਹੈਲੋ ਜੀ, ਕੌਣ ਤਾਂ ਕਿੱਥੋਂ ਬੋਲ ਰਿਹਾ ਜੀ? ਮੈਂ ਲਿਸਟ ਤੋਂ ਮਦਨ ਵਿੱਚ ਬੋਲਦਾ ਜੀ। ਹਾਂਜੀ, ਆਜੋ, ਕੀ ਲੈ ਕੇ ਆਏ? ਸਵਾਗਤ ਹੈ ਵੀ ਜੀ। ਹਾਂਜੀ, ਭਾਈ ਸਾਹਿਬ ਨੂੰ ਜੈ ਗੁਰੂਦੇਵ ਜੀ। ਹਾਂਜੀ, ਆਪ ਜੀ ਨੂੰ ਵੀ ਮਦਦ ਬੇਦ ਸਾਹਿਬ ਕੋਲ ਨੂੰ ਕਰ ਲਓ ਜੀ ਆਪਣੇ ਫੋਨ, ਹੋਲਡ ਕੀਤਾ ਚੰਗੀ ਤਰ੍ਹਾਂ ਆਵਾਜ਼ ਆਵੇ ਤੁਹਾਡੀ ਫਿਰ ਸਾਨੂੰ। ਹਾਂਜੀ, ਹੁਣ ਆਦੀ ਆ। ਹੁਣ ਆਉਂਦੀ, ਜਦ ਤੁਸੀਂ ਕੋਲ ਨੂੰ ਕਰ ਲੈਣਾ ਆਪੇ ਆ ਜਾਣੀ ਆ। ਅੱਛਾ, ਕੋਲੇ ਹੀ ਆਉਣੇ ਹਨ। ਇਹ ਮੇਰੇ ਹੱਥ 'ਚ ਹੀ ਆ। ਹਾਂਜੀ, ਹੱਥ 'ਚ ਆ ਮੇਰੇ। ਹਾਂ, ਕੰਨ ਦੇ ਕੋਲ ਨੂੰ ਕਰ ਲਓ ਫਿਰ। ਹਾਂਜੀ, ਕੰਨ ਦੇ ਨਾਲ ਲਾਉਂਗੇ ਨਾ ਫਿਰ ਆਵਾਜ਼ ਜ਼ਿਆਦਾ ਵਧੀਆ ਆਉਣੀ ਹੈ। ਜੇ ਤੁਸੀਂ ਮੂਹਰੇ ਏਦਾਂ ਰੱਖਦੇ ਥੋੜੇ ਤਾਂ ਫਿਰ ਘੱਟ ਜਾਂਦੀ ਹੈ। ਬੋਲੇ ਹੋਏ ਹੁਣ ਕੀ ਹੋ ਜਾ ਜੀ, ਸ਼ੁਰੂ ਕਰ ਦਿਓ ਕੰਮ। ਆ ਟੈਲੀ ਦੇ ਲੱਗਦੇ ਆ। ਲਾ ਦਿਓ ਜ਼ੋਰ ਹੁਣ। ਹਾਂਜੀ, ਅੱਛਾ ਜੀ। ਹੈਲੋ ਜੀ, ਠੀਕ ਹੈ ਜੀ, ਆਜੋ। ਲਾ ਦਿਓ ਜ਼ੋਰ। ਜੈ ਗੁਰੂਦੇਵ ਜੀ। ਹੋ ਗਿਆ ਜੀ, ਠੀਕ ਹੈ, ਆ ਜਾਓ ਹੁਣ। ਹਾਂਜੀ ਹਾਂਜੀ,
ਕਹਿੰਦਾ ਜੱਗ ਇੱਕ ਮੇਲਾ ਆ, ਇਹ ਮੇਲਾ ਭਰਨ ਨੂੰ ਟਾਈਮ ਲੱਗਦਾ, ਅੱਛਾ ਜੀ। ਵਿਸਣ ਨੂੰ ਟਾਈਮ ਨਹੀਂ ਲੱਗਦਾ। ਹੂੰ ਕਹਿੰਦੇ ਜੱਗ 4 ਦਿਨਾਂ ਦਾ ਮੇਲਾ ਜੀ, ਜੱਗ 4 ਦਿਨਾਂ ਦਾ ਮੇਲਾ ਜੀ। ਜੱਗ 4 ਦਿਨਾਂ ਦਾ ਮੇਲਾ ਜੀ, ਜੱਗ 4 ਦਿਨਾਂ ਦਾ। ਜੋਸ਼ ਜਵਾਨੀ ਦੇ ਵਿੱਚ ਬੰਦਿਆ ਮਾਰਦਾ ਫਿਰੇ ਵੜਕਾਂ, ਜੋਸ਼ ਜਵਾਨੀ ਦੇ ਵਿੱਚ ਬੰਦਿਆ ਮਾਰਦਾ ਫਿਰੇ ਵੜਕਾਂ, ਇੱਕ ਦਿਨ ਤੇਰੀਆਂ ਜਮਰਾਜ ਨੇ ਕੱਢ ਦੇਣੀਆਂ ਸਭ ਰੜਕਾਂ। ਅੱਛਾ, ਇੰਨਾ ਕੰਮ ਕਰੂਗਾ। ਜੇ ਇੱਕ ਦਿਨ ਤੇਰੀਆਂ ਜਮਰਾਜ ਨੇ ਕੱਢ ਦੇਣੀਆਂ, ਜੋੜ ਲਾ ਲੱਖ ਖਜ਼ਾਨੇ ਬੰਦਿਆ ਨਾਲ ਨਾ ਜਾਣਾ ਧੇਲਾ। ਜੱਗ 4 ਦਿਨਾਂ ਦਾ ਮੇਲਾ ਜੀ, ਜੱਗ 4 ਦਿਨਾਂ ਦਾ ਮੇਲਾ। ਪੀਰ ਪਕੰਬਰ ਬਲੀ ਔਲੀਏ ਤੁਰ ਗਏ ਬਾਰੋ ਵਾਰੀ, ਪੀਰ ਪਕੰਬਰ ਬਲੀ ਔਲੀਏ ਤੁਰ ਗਏ ਬਾਰੋ ਵਾਰੀ। ਕਾਰੂ ਬਾਦਸ਼ਾਹ ਮਾਇਆ ਜੋੜ ਕੇ ਕਰ ਗਿਆ ਅੰਤ ਤਿਆਰੀ। ਇਹ ਦੇਹੀ ਤੇਰੀ ਨਿਤ ਨਹੀਂ ਰਹਿਣੀ, ਕੋਈ ਨੇਕ ਕਮਾਈ ਕਰ ਜਾ। ਇਹ ਦੇਹੀ ਤੇਰੀ ਨਿਤ ਨਹੀਂ ਰਹਿਣੀ, ਕੋਈ ਨੇਕ ਕਮਾਈ ਕਰ ਜਾ। ਨਾਮ ਦੀ ਬੇੜੀ ਦੇ ਵਿੱਚ ਬਹਿ ਕੇ ਬੰਦਿਆ ਭਵ ਸਾਗਰ ਤੂੰ ਤਰ ਜਾ। ਦੁਨੀਆ ਦੇ ਜਗਤ ਮੁਸਾਫਰਾ ਛੱਡੋ ਜੀ ਝਵੇਲਾ। ਜਗ 4 ਦਿਨਾਂ ਦਾ ਮੇਲਾ ਜੀ, ਜਗ 4 ਦਿਨਾਂ ਦਾ ਮੇਲਾ। ਮੈਂ ਤੇ ਮੇਰੀ ਘਰ ਦਾ ਬੰਦਿਆ ਕੌਣ ਕਿਸੇ ਦਾ ਬੇਲੀ, ਮੈਂ ਤੇ ਮੇਰੀ ਘਰ ਦਾ ਬੰਦਿਆ ਕੌਣ ਕਿਸੇ ਦਾ ਬੇਲੀ। ਦੁਨੀਆ ਦੇ ਇਹ ਝੂਠੇ ਰਿਸ਼ਤੇ, ਦੁਨੀਆ ਦੇ ਇਹ ਝੂਠੇ ਰਿਸ਼ਤੇ, ਜਾਣੀ ਜਿੰਦ ਅਕੇਲੀ, ਜਾਣੀ ਜਿੰਦ ਅਕੇਲੀ। ਕਾਹਨੂੰ ਮਲ ਕੇ ਬੈਠਾ ਬੰਦਿਆ, ਕਾਹਨੂੰ ਮਲ ਕੇ ਬੈਠਾ ਬੰਦਿਆ। ਮੌਤ ਗੁਰੂ ਜਗ ਚੇਲਾ, ਮੌਤ ਗੁਰੂ ਜਗ ਚੇਲਾ। ਜਗ 4 ਦਿਨਾਂ ਦਾ ਮੇਲਾ ਜੀ, ਜਗ 4 ਦਿਨਾਂ ਦਾ ਮੇਲਾ ਜੀ। ਥੈਂਕ ਯੂ ਜੀ, ਥੈਂਕ ਯੂ ਜੀ ਬਹੁਤ। ਬੇਦ ਸਾਹਿਬ ਚਲੇ ਗਏ, ਬੇਦ ਸਾਹਿਬ ਚਲੇ ਗਏ। ਹਾਂਜੀ ਹਾਂ, ਨੇਰੀ ਆ ਉਹਨੇ ਲਿਖਿਆ ਸੀ, ਉਹਨੇ ਗਾਇਆ ਸੀਗਾ ਵੀ ਇਹ ਜਿਹੜਾ ਭਾਵ ਸਾਗਰ ਆ ਨਾ, ਇਹਨੂੰ ਪਾਰ ਕਰਨਾ ਹੈ ਜੀ। ਤਾਂ ਫਿਰ ਮੈਂ ਕਿਹਾ ਪੁੱਛ ਲੈਂਦੇ ਸਾਗਰ ਤਾਂ ਭਾਵ ਸਾਗਰ ਵਿੱਚ ਕੀ ਫਰਕ ਆ ਜੀ, ਤਾਂ ਪਤਾ ਲੱਗ ਜੂ ਵੀ ਸਾਗਰ ਕੀ ਆ ਤੇ ਭਾਵ ਸਾਗਰ ਕਿਹੜਾ। ਅਸੀਂ ਸੁਣਿਆ ਨਹੀਂ, ਸੁਣਦੇ ਤਾਂ ਰਹਿੰਦੇ ਆ ਜੀ, ਪਰ ਦੇਖਿਆ ਨਹੀਂ ਵੀ ਭਾਵ ਸਾਗਰ ਹੈ ਕਿੱਥੇ ਆ, ਹੈ ਕੀ ਆ, ਹੈ ਕੀ ਆ ਹਨਾ। ਸਾਗਰਾਂ ਦੇ ਨਾਂ ਤਾਂ ਹੈਗੇ ਆ, ਸ਼ਾਂਤ ਹਿੰਦ ਮਹਾਸਾਗਰ ਆ, ਹੋਰ ਸਾਗਰ ਹੈਗੇ ਆ, ਉਹਨਾਂ ਦੇ ਨਾਂ ਰੱਖਿਓ ਵੱਡੇ ਵੱਡੇ, ਵੱਖਰੇ ਵੱਖਰੇ ਰੱਖਿਓ ਹੈਗੇ। ਸੋ ਹਾਂ, ਧਾਰਮਿਕ ਗੱਲਾਂ ਦੇ ਵਿੱਚ ਆਉਂਦਾ ਭਾਵ ਸਾਗਰ ਜੀ ਜੀ। ਤੇ ਕਈ ਵਾਰੀ ਜੇ ਇਹਨੂੰ ਪ੍ਰੋਨਾਂਸ ਕਰਨਾ ਹੋਵੇ ਚੱਲਦੇ ਆ ਜੀ। ਹੈਲੋ ਜੀ, ਹੈਲੋ ਜੀ, ਜਗਦੇ ਭੈਣ ਜੀ। ਧੰਨ ਗੁਰਦੇਵ ਜੀ, ਕਿੱਥੋਂ ਬੋਲ ਰਹੇ ਭੈਣ ਜੀ? ਅਸੀਂ ਲੰਡਨ ਤੋਂ ਬੋਲ ਰਹੇ ਹਾਂ। ਹਾਂਜੀ, ਕੀ ਕਹਿਣਾ ਚਾਹੁੰਦੇ ਆ? ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਕਮਲੇਸ਼ ਜੀ? ਹਾਂਜੀ ਹਾਂਜੀ, ਠੀਕ ਹੈ ਬਾਜੀ, ਤੁਸੀਂ ਠੀਕ ਹੈ? ਕਮਲੇਸ਼ ਬੋਲਦੇ ਜੀ? ਨਹੀਂ, ਮੈਂ ਕ੍ਰਿਸ਼ਨਾ ਟੂਰਾ ਬੋਲਦੀ ਹਾਂ। ਕ੍ਰਿਸ਼ਨਾ ਜੀ, ਅੱਛਾ ਠੀਕ ਜੀ, ਆ। ਅੱਛਾ ਜੀ। ਆਜੋ, ਕੀ ਲੈ ਕੇ ਆਇਆ ਜੀ? ਮੈਂ ਇੱਕ ਸੁਹਾਗ ਲੈ ਕੇ ਆਈ। ਆਜੋ ਆਜੋ, ਲੈ ਆਓ ਜੀ। ਹਾਂਜੀ। ਇੱਕ ਜੋ ਬੇਰੀ ਦਾ ਪਾਤੇ ਆਇਓ ਵੀ ਲੈਂਦਾ ਲਾਰੇ, ਇੱਕ ਜੋ ਬੇਰੀ ਦਾ ਪਾਤੇ ਆਇਓ ਵੀ ਲੈਂਦਾ ਲਾਰੇ ਜੀ। ਇੱਕ ਜੋ ਬਾਬੇ ਦੀ ਪੋਤੀ ਆਇਓ ਵੀ ਦੇ ਦਿੱਤੀ ਦੂਰੇ, ਇੱਕ ਜੋ ਬਾਬੇ ਦੀ ਜੀ ਪੋਤੀ ਆਇਓ ਵੀ ਦੇ ਦਿੱਤੀ ਦੂਰੇ। ਦੂਰਾਂ ਦੀਆਂ ਬਾਟਾਂ ਲੰਮੀਆਂ ਜੀ ਸਾਥੋਂ ਤੁਰਿਆ ਨਾ ਜਾਵੇ, ਦੂਰਾਂ ਦੀਆਂ ਬਾਟਾਂ ਲੰਮੀਆਂ ਜੀ ਸਾਥੋਂ ਤੁਰਿਆ ਨਾ ਜਾਵੇ। ਤੁਰਦੇ ਆ ਸ਼ਮ ਸ਼ਮ ਰੋਂਦੇ ਆ ਜੀ ਪੈਰੀ ਪੈ ਗਏ ਚੱਲ, ਤੁਰਦੇ ਆ ਸ਼ਮ ਸ਼ਮ ਰੋਂਦੇ ਆ ਜੀ ਪੈਰੀ ਪੈ ਗਏ ਚੱਲ। ਜੀ। ਪੈਰਾਂ ਨੂੰ ਲਾ ਦਿਓ ਮਹਿੰਦੀ ਜੀ ਨੈਣੀ ਸੁਰਮਾ ਸਲਾਈ, ਜੀ। ਪੈਰੀ ਪੈ ਗਏ ਸ਼ਾਲ ਜੀ ਨੈਣੀ ਨੀਂਦ ਨਾ ਆਵੇ। ਜੀ। ਪੈਰਾਂ ਨੂੰ ਲਾ ਦਿਓ ਮਹਿੰਦੀ ਜੀ ਨੈਣੀ ਸੁਰਮਾ ਸਲਾਈ, ਇੱਕ ਜੂ ਬੇਰੀ ਦਾ ਪਾਤ ਆਇਓ ਵੀ ਲੈਂਦਾ ਲਾਰੇ,
ਜੀ ਇਦਾਂ ਭੈਣ ਜੀ ਫਿਰ ਸਾਰੇ ਅੱਗੇ ਕਹੀ ਜਾਣਾ। ਹਾਂਜੀ, ਸਾਰਿਆਂ ਦੇ ਨਾਲ ਲਈ ਜਾਣੇ। ਬਹੁਤ ਸੋਹਣਾ ਸੀਗਾ ਜੀ ਤੁਹਾਡਾ ਇਹ ਹਾਂਜੀ ਸੁਹਾਗ ਜਿਹੜਾ ਗਾਇਆ, ਬਹੁਤ ਵਧੀਆ ਸੀਗਾ। ਤਾਂ ਫਿਰ ਨੈਕਸਟ ਵੀਕ ਵੀ ਆਇਆ ਕਰੋ ਜੀ। ਹਾਂਜੀ, ਮੈਂ ਕਦੇ ਕਦੇ ਆਉਂਦੀ ਹੁੰਦੀ ਭੈਣ ਜੀ। ਹਾਂਜੀ, ਕੋਈ ਨੀ, ਬਹੁਤ ਸੋਹਣਾ ਸੀ, ਆਵਾਜ਼ ਵੀ ਤੁਹਾਡੀ ਬਹੁਤ ਸੋਹਣੀ ਆ। ਜੈ ਗੁਰਦੇਵ ਭੈਣ ਜੀ, ਜੈ ਗੁਰਦੇਵ ਭਾਜੀ। ਧੰਨ ਗੁਰੂਦੇਵ ਜੀ। ਠੀਕ ਹੈ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਵਧੀਆ ਸੀ। ਹਾਂਜੀ ਮਤਲਬ ਮਹਿੰਦੀ ਨੂੰ ਮਹਿੰਦੜੀ ਵੀ ਕਹਿੰਦੇ ਆ। ਹਾਂਜੀ, ਲਿਖਿਆ ਹੁੰਦਾ ਇੱਥੇ ਬਹੁਤ ਹੈ ਨਾ, ਮਹਿੰਦੜਾ ਹੀ ਲਿਖਿਆ, ਮਹਿੰਦੀ ਲਿਖਿਆ, ਮਹਿੰਦੜੀ ਲਿਖਿਆ ਉਹਨਾਂ ਨੂੰ ਗੱਲ ਬਣਾਉਣੀ ਹੁੰਦੀ, ਜਿਹੜਾ ਰਾਈਟਰ ਹੁੰਦਾ ਨਾ, ਗੱਲ ਬਣਾਉਣੀ ਹੁੰਦੀ, ਪੂਰੇ ਅੱਖਰ ਪੂਰੇ ਭਰਨੇ ਹੁੰਦੇ ਕਵਿਤਾ ਦੇ ਵਿੱਚ ਜੀ, ਬਈ ਉੱਥੇ ਜਾ ਕੇ ਗੱਲ ਮੁੱਕੇ ਉਹਨੇ ਅੱਖਰ ਲੈ ਕੇ ਹੁਣ ਹਰ ਵਾਰੀ, ਹੈ ਨਾ। ਸੋ ਵਧੀਆ ਸੀ, ਬਹੁਤ ਸੋਹਣਾ ਸੀ। ਹਾਂਜੀ। ਹੋਰ ਕੀ ਗੱਲਬਾਤ ਕਰਨੀ ਹੁਣ ਤੁਸੀਂ? ਹੁਣ ਬੋਲੀਆਂ ਬਾਂਧਨੀ ਦੋ। ਅੱਛਾ, ਠੀਕ ਹੈ ਜੀ। ਨੀ ਮੈਂ ਮਾਇਆ ਮਾਇਆ ਮਾ, ਨੀ ਮੈਂ ਮਾਇਆ ਮਾਇਆ ਮਾ, ਨੀ ਮੈਂ ਨੱਚਦੀ ਝੂਮਦੀ ਆਵਾਂ, ਮੇਰੀ ਨੱਚਦੀ ਦੀ ਝਾਂਜਰ ਛਾਣ ਕੇ ਨੀ, ਨੀ ਮੈਂ ਨੱਚਣਾ ਪਟੋਲਾ ਬਣ ਕੇ ਨੀ, ਨੀ ਮੈਂ ਨੱਚਣਾ ਪਟੋਲਾ ਬਣ ਕੇ ਨੀ, ਨੀ ਤੂੰ ਨੱਚ ਨੱਚ ਨੱਚ, ਨੀ ਤੂੰ ਹੌਲੀ ਹੌਲੀ ਨੱਚ, ਡਿੱਗ ਪਏ ਨਾ ਗੁਆਂਢੀਆਂ ਦੀ ਕੰਧ ਕੁੜੀ, ਤੇਰਾ ਰੇਟ ਪੰਦੜੀ, ਤੇਰਾ ਰੇਟ ਪਰਾਂਦਾ ਕੁੜੀਏ। ਚਲੋ ਹੁਣ ਤੁਸੀਂ ਕਰ ਲਓ ਜੀ। ਹੁਣ ਤੁਸੀਂ ਜਾਂਦੇ ਕਾਲ ਵੱਲ ਗੱਲ ਜੀ। ਹੈਲੋ ਜੀ। ਚਲੋ ਠੀਕ ਹੈ। ਹੈਲੋ ਜੀ। ਹੈਲੋ ਜੀ, ਜੈ ਗੁਰਦੇਵ ਜੀ। ਧੰਨ ਗੁਰੂਦੇਵ ਜੀ। ਗਗਨ ਜੀ ਲੱਗਦੇ ਆ। ਗਗਨ ਜੀ ਸਵਾਗਤ ਆ। ਹਾਂਜੀ ਆਂਟੀ, ਕੀ ਹਾਲ ਚਾਲ ਜੀ ਤੁਹਾਡਾ? ਹਾਂਜੀ, ਕਿੱਦਾਂ, ਕੀ ਕਹਿਣਾ ਠੀਕ ਹੈ ਚਾਹੁੰਦੇ ਜੀ ਜੀ? ਗਗਨ ਸਾਹਿਬ, ਠੀਕ ਠਾਕ ਹੋ? ਹਾਂਜੀ ਠੀਕ ਹੈ ਜੀ, ਵਧੀਆ। ਹਾਂਜੀ, ਠੀਕ ਹੈ ਤੁਸੀਂ? ਹਾਂਜੀ ਆਂਟੀ ਠੀਕ ਆ। ਇੱਕ ਮੈਂ ਨਾ ਥੋੜਾ ਜਿਹਾ ਛੋਟਾ ਜਿਹਾ ਗੀਤ ਇੱਕ ਸ਼ੇਅਰ ਕਰਨਾ ਸੀਗਾ। ਆ ਜਾਓ ਜੀ, ਲੈ ਆਓ। ਉਹ ਲਿਖਿਆ ਹੋਇਆ ਸੁਰਜੀਤ ਪਾਤਰ ਦਾ, ਬਹੁਤ ਕ੍ਰਾਂਤੀਕਾਰੀ ਕਵੀ ਹੋਏ ਉਹ। ਹਾਂਜੀ ਹਾਂਜੀ ਤੇ ਉਹ ਨਾ ਅੱਜ ਦੇ ਜ਼ਮਾਨੇ ਤੇ ਢੁਕਦਾ ਬਹੁਤ ਆ ਜੀ। ਲੈ ਆਓ ਜੀ। ਇੱਕ ਛੋਟੀ ਜਿਹੀ ਗੱਲ ਦੂਜੀ ਹੋਰ ਕਰਨੀ 2 ਸੈਕਿੰਡ ਦੀ, ਕਿ ਇੱਕ ਆਪਣੇ ਨਾ ਕਾਰਲ ਮਾਰਕਸ ਹੋਏ ਆ ਬਹੁਤ ਵੱਡੇ ਵਿਦਵਾਨ। ਹਾਂਜੀ। ਕਾਰਲ ਮਾਰਕਸ ਨੇ ਇੱਕ ਗੱਲ ਕਹੀ ਸੀ, ਉਹਦੀ ਇੱਕ ਸਟੇਟਮੈਂਟ ਹੈ ਕਿ ਜਿਹੜਾ ਧਰਮ ਹੈ ਨਾ, ਅੱਜ ਧਰਮ ਜਿੱਦਾਂ ਹੁਣ ਆਪਣੇ ਲੋਕੀ ਧਰਮਾਂ ਦੇ ਵਿੱਚ ਫਸੇ ਹੋਏ ਆ। ਹਾਂਜੀ। ਕਾਰਲ ਮਾਰਕਸ ਕਹਿੰਦਾ ਧਰਮ ਇੱਕ ਇਹੋ ਜਿਹਾ ਨਸ਼ਾ, ਅਫੀਮ ਵਰਗਾ ਨਸ਼ਾ ਆ ਇਹ, ਤੇ ਲੋਕਾਂ ਨੂੰ ਸਿਖਾ ਦਿਓ ਤੇ ਲੋਕੀ ਫਿਰ ਸਾਰਾ ਕੁਝ ਭੁੱਲ ਜਾਂਦੇ, ਉਹ ਨਾ ਆਪਣਾ ਦਿਮਾਗ ਖਰਾਬ ਕਰ ਲੈਂਦੇ ਫਿਰ ਧਰਮਾਂ ਦੇ ਚੱਕਰਾਂ 'ਚ। ਬਸ ਮੈਂ ਸ਼ੇਅਰ ਕਰਨੀ ਸੀ ਕਿ ਕਾਰਲ ਮਾਰਕਸ ਨੇ ਏਦਾਂ ਲਿਖਿਆ ਹੋਇਆ ਬੁੱਕ ਆਪਣੀ। ਜੀ ਲੈ ਜੀ, ਠੀਕ ਹੈ। ਜਿਹੜਾ ਉਹ ਸੁਰਜੀਤ ਪਾਤਰ ਦਾ ਜੀ, ਉਹ ਹੈਗਾ ਸੀਗਾ ਕ੍ਰਾਂਤੀਕਾਰੀ ਕਵੀ, ਔਰ ਉਹਨੇ ਜਿਹਨਾਂ ਵੀ ਕੱਟੀਆਂ ਪਈਆਂ ਨਾ ਗੀਤਾਂ ਕਰਕੇ। ਹਾਂਜੀ। ਉਹ ਲਿਖਦੇ, ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ ਜੀ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ। ਅੱਗੇ ਲਿਖਦੇ ਜੋ ਵਿਦੇਸ਼ਾਂ 'ਚ ਰੋਲਦੇ ਨੇ ਰੋਜੀ ਲਈ, ਜਦ ਉਹ ਪਰਤਣਗੇ ਦੇਸ਼ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਸਿਵਿਆਂ ਦੇ ਰੁੱਖ ਹੇਠ ਜਾ ਬਹਿਣਗੇ। ਜੀ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ। ਜੀ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਮੁੱਕ ਗਏ। ਹੁਣ ਆਖੋ ਇਹਨਾਂ ਨੂੰ ਘਰੀ ਜਾਣ, ਹੁਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ। ਇਹ ਗੱਲ ਹੈ ਜਦੋਂ ਆਪਾਂ ਸਮੇਂ ਦੇ ਨਾਲ, ਅਸੀਂ ਜਦੋਂ ਸਮੇਂ ਦੇ ਹਾਣੀ ਨਹੀਂ ਬਣਦੇ ਨਾ, ਜਾਂ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਨਹੀਂ ਕਹਿੰਦੇ, ਤਾਂ ਸਾਨੂੰ ਫਿਰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਕਿ ਅਸੀਂ ਕਰਦੇ ਕੀ ਹਾਂ ਅਸਲ ਦੇ ਵਿੱਚ। ਬਿਲਕੁਲ ਸਹੀ ਗੱਲ ਕਹਿਣੀ, ਔਖੀ ਬਹੁਤ ਹੋ ਜਾਂਦੀ ਕਈ ਵਾਰੀ। ਨਹੀਂ, ਇਹ ਸੈਂਟਰਲਾਈਜ਼ ਇਹ ਹੈ ਜੀ ਇਸ ਚੀਜ਼ ਦਾ। ਹਾਂ, ਜੇ ਤੁਸੀਂ ਕਹੋ ਤਾਂ ਲੋਕ ਉਂਗਲੀਆਂ ਬਹੁਤ ਕਰਨ ਲੱਗ ਪੈਂਦੇ ਤੁਹਾਡੇ ਵੱਲ ਨੂੰ। ਉਹ ਨਹੀਂ, ਉਂਗਲੀਆਂ ਜਦੋਂ ਨਾ ਤੁਸੀਂ ਇੱਕ ਉਂਗਲੀ ਚੁੱਕਣ, ਤੁਹਾਡਿਆਂ ਨੂੰ 10 ਉੱਠਦੀਆਂ ਹੁੰਦੀਆਂ ਜ਼ਰੂਰ। ਹਾਂਜੀ ਹਾਂਜੀ। ਪਰ ਜੇ ਬੰਦਾ ਆਪਣੇ ਥਾਂ ਤੇ ਸੱਚਾ ਤੇ ਇਮਾਨਦਾਰ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ। ਮੇਰੀ ਤਾਂ ਇਹੀ ਰਿਕੁਐਸਟ ਹੁੰਦੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਇਹੀ ਰਿਕੁਐਸਟ ਹੈ, ਸੱਚੇ ਤੇ ਇਮਾਨਦਾਰ ਰਹੋ। ਕੁਛ ਨਹੀਂ ਹੁੰਦਾ, ਵੱਧ ਤੋਂ ਵੱਧ ਹੋ ਕੀ ਸਕਦਾ, ਬੰਦਾ ਮਾਰ ਦਊਗਾ, ਕੋਈ ਹੋਰ ਕੀ ਹੋ ਜਾਊਗਾ, ਪਤਾ ਨਹੀਂ ਕੁਛ ਹੋਣ ਲੱਗਾ। ਠੀਕ ਹੈ ਜੀ। ਪਰ ਮਰ ਕੇ ਬੰਦਾ ਅਮਰ ਹੁੰਦਾ ਜੇ ਚੰਗੇ ਕੰਮਾਂ ਲਈ ਮਰੇ ਤਾਂ। ਜੀ ਜੀ ਜੀ, ਸਹੀ। ਸੋ ਮੇਰੀ ਇਹ ਰਿਕੁਐਸਟ ਹੈ ਕਿ ਸੱਚੇ ਤੇ ਇਮਾਨਦਾਰ ਰਹੋ,
ਕਿਸੇ ਗਲਤ ਚੱਕਰਾਂ 'ਚ ਨਾ ਪਾਓ, ਕਿਸੇ ਦੇ ਪਿੱਛੇ ਲੱਗਣ ਦੀ ਲੋੜ ਨਹੀਂ, ਤੁਸੀਂ ਆਪਣੇ ਦਿਮਾਗ ਨੂੰ ਆਪ ਵਰਤੋ ਬਸ। ਜੀ 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 ਬਿਲਕੁਲ, ਹਾਂਜੀ। ਜਿੱਥੇ ਕੋਈ ਗਲਤ ਹੈ ਉੱਥੇ ਗਲਤ ਕਹੋ, ਜਿੱਥੇ ਕੋਈ ਸਹੀ ਹੈ ਉਹਦੇ ਨਾਲ ਖੜੋ। ਜੀ ਸਮਾਜ ਨੂੰ ਬਹੁਤ ਲੋੜ ਹੈ ਇਸ ਗੱਲ ਦੀ, ਹੁਣ ਆਪਾਂ ਧਰਮਾਂ ਦੇ ਚੱਕਰਾਂ 'ਚ ਨਿਕਲ ਖਾ ਰਹੀ। ਜੀ 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 ਪਤਾ ਹੀ ਆਪਾਂ ਨੂੰ। ਬਸ ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਟਾਈਮ ਦਿੰਦਾ। ਜੇ ਕੋਈ ਗਲਤ ਕਹਿ ਹੋ ਗਿਆ ਹੋਵੇ ਤਾਂ ਮਾਫੀ ਸਾਰਿਆਂ ਤੋਂ ਮੰਗਦਾ ਮੈਂ। ਨਹੀਂ ਜੀ ਠੀਕ ਹੈ, ਬਹੁਤ ਵਧੀਆ ਕਿਹਾ ਤੁਸੀਂ, ਜੋ ਦਿਮਾਗ Thank ਨਾਲ you, ਤੁਹਾਡਾ thank you. ਬੋਲਿਆ ਤੁਸੀਂ। ਥੈਂਕ ਯੂ ਤੁਹਾਡਾ ਬਹੁਤ ਥੈਂਕ ਯੂ ਬਹੁਤ। ਗਗਨ ਸਾਹਿਬ। ਹਾਂਜੀ, ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਉਹਨਾਂ ਹਾਂਜੀ, ਨੇ। ਹਾਂਜੀ। ਸੁਰਜੀਤ ਪਾਤਰ ਸਾਹਿਬ ਉਹਨਾਂ ਦੀਆਂ ਕਾਰਲ ਮਾਰਕਸ ਦੀਆਂ ਉਦਾਹਰਨਾਂ ਦਿੱਤੀਆਂ। ਜੀ। ਪਰ ਕਈ ਵਾਰੀ ਇਹ ਗੱਲਾਂ ਕਰਨੀਆਂ ਦੇਖਣ ਨੂੰ ਜਾਂ ਜਦੋਂ ਸੁਣਦੇ ਜਾਂ ਉਹਨਾਂ ਨੂੰ ਪੜ੍ਹਦੇ ਆ ਜੀ ਤਾਂ ਬੰਦਾ ਸੋਚਦਾ ਵੀ ਇਹ ਗੱਲਾਂ ਲਿਖ ਕਿੱਦਾਂ ਦਿੱਤੀਆਂ ਹੈਗੀਆਂ, ਕਹਿ ਕਿੱਦਾਂ ਦਿੱਤੀਆਂ। ਲਿਖਦਾ ਬਹੁਤ ਸੀ ਪਰ ਜਦੋਂ ਅਸੀਂ ਦੇਖਦੇ ਹਾਂ ਉਹ ਸਮਾਜ ਵਿੱਚ ਕਹਿਣੀਆਂ ਚਾਹੁੰਦੇ ਆ ਤਾਂ ਬਹੁਤ ਸਾਰਾ ਸਮਾਜ ਜਿਹੜਾ ਇਹਨਾਂ ਗੱਲਾਂ ਨੂੰ ਪਸੰਦ ਨਹੀਂ ਕਰਦਾ ਜੀ ਤੇ ਉਹਨਾਂ ਗੱਲਾਂ ਤੋਂ ਜਿੱਦਾਂ ਕਿੰਤੂ ਪ੍ਰੰਤੂ ਵੀ ਹੁੰਦੀ ਰਹਿੰਦੀ ਆ। ਹਾਂਜੀ ਸੋ ਇਸ ਕਰਕੇ ਥੈਂਕ ਯੂ ਤੁਹਾਡਾ ਗਗਨ ਸਾਹਿਬ, ਤੁਸੀਂ ਪੜ੍ਹੇ ਲਿਖੇ ਨੌਜਵਾਨ ਆ ਔਰ ਤੁਸੀਂ ਗੱਲਬਾਤ ਨੂੰ ਸ਼ੇਅਰ ਕੀਤਾ। ਤੇ ਦਿਮਾਗ ਤਾਂ ਆਉਂਦੀਆਂ ਗੱਲਾਂ, ਜਿਹੜਾ ਬੰਦਾ ਇਦਾਂ ਦਾ ਕਰਦਾ, ਲਿਖਦਾ, ਪੜ੍ਹਦਾ ਜਾਂ ਫ੍ਰੀਲੈਂਸਰ ਜਰਨਲਿਸਟ ਆ ਗਗਨ ਸਾਹਿਬ। ਜੀ ਜੀ ਔਰ ਇਹਨਾਂ ਨੇ ਮਾਸਟਰ ਵੀ ਕੀਤੀਆਂ, 2-3 ਮਾਸਟਰ ਕੀਤੀਆਂ ਹੈਗੀਆਂ। ਜੀ ਸੋ ਥੈਂਕ ਯੂ ਗਗਨ ਸਾਹਿਬ। ਹਾਂਜੀ, ਤੁਸੀਂ ਬਸ ਜਦੋਂ ਬੋਲਣਾ ਤਾਂ ਗੱਲਬਾਤ ਬੋਲ ਲਓ, ਕਰਦੇ ਤਾਂ ਫਿਰ ਸਮਝ ਕੇ ਕਰਦੇ ਪਤਾ ਸਾਨੂੰ ਤੁਹਾਡਾ। ਹਾਂਜੀ ਮੈਨੂੰ ਟਾਈਮ ਨਹੀਂ ਮਿਲਦਾ। ਹਾਂਜੀ, ਗੱਲਾਂ ਬਾਤਾਂ ਅਸੀਂ ਸਧਾਰਨ ਜਿਹੀਆਂ ਕਰਦੇ ਹਾਂ ਬਈ ਇੰਗਲੈਂਡ ਦੇ ਵਿੱਚ ਬਹੁਤ ਸਾਰੀ ਜਿਹੜੀ ਸ਼ੋਰਟੇਜ ਆਈ ਹੈਗੀ। ਹੁਣ ਮੈਨੂੰ ਗੱਲ ਵੀ ਕਰਨ ਦਿਓ, ਤਾਂ ਹੀ ਮੈਨੂੰ ਜੇ ਸਮਾਂ ਦਿਓਗੇ ਨਾ ਫੇਰ ਮੈਂ ਗੱਲ ਕਰਨੀ ਹੈ, ਤੇ ਉਦੋਂ ਫਿਰ ਗੱਲ ਕੱਟ ਬਿਨਾ ਹੋਵੇ ਫੇਰ ਮੈਨੂੰ ਸਮਾਂ ਦਿਓ। ਤਾਂ ਤੁਸੀਂ ਹੁਣ ਕਾਲ ਲੈ ਲਓ। ਕਾਲਰ ਨਹੀਂ ਪਹਿਲਾਂ। ਹਾਂਜੀ ਹੈਲੋ ਜੀ। ਹੈਲੋ ਜੀ, ਭੈਣ ਜੀ ਤੁਹਾਨੂੰ ਵੀ ਤੇ ਬਲਵੀਰ ਹੁਣਾਂ ਨੂੰ ਵੀ ਗੁੱਡ ਈਵਨਿੰਗ ਜੀ। ਥੈਂਕ ਯੂ। ਕੌਣ ਸਾਹਿਬ ਬੋਲ ਰਹੇ ਜੀ? ਮੈਂ ਡਾਕਟਰ ਹਰੀਸ਼ ਮਲਹੋਤਰਾ ਬੋਲਦਾ ਜੀ। ਥੈਂਕ ਯੂ ਡਾਕਟਰ ਸਾਹਿਬ। ਹਾਂਜੀ ਆਇਓ, ਸਵਾਗਤ ਹੈ ਵੀਰ ਜੀ। ਕੀ ਅੱਜ ਅਸਲ 'ਚ ਬਲਵੀਰ ਜੀ ਤੁਹਾਡੀ ਗੱਲ ਤਾਂ ਮੈਂ ਅਜੇ ਸੁਣੀ ਨਹੀਂ ਹੈ, ਹਾਂਜੀ ਪਰ ਮੇਰਾ ਅੱਜ ਇੱਕ ਕਵਿਤਾ ਸੁਣਾਉਣ ਨੂੰ ਮਨ ਕੀਤਾ ਤੇ ਮੈਂ ਕਿਹਾ ਤੁਹਾਡਾ ਮੈਂ ਕਵਿਤਾ ਜਿਹੜਾ ਜ਼ਰੂਰ ਸ਼ੇਅਰ ਕਰਾਂ। ਹਾਂਜੀ ਡਾਕਟਰ ਸਾਹਿਬ, ਮੈਂ ਤਾਂ ਤਾਲੇ ਕਰਦਾ, ਮੇਰੀ ਕੋਈ ਗੱਲ ਚੱਲੇ, ਮੈਨੂੰ ਕਰਨ ਕਿੱਥੇ ਦਿੰਦੇ ਆ? ਅੱਛਾ, ਮੈਂ ਇਹ ਕਵਿਤਾ ਜਿਹੜੀ ਹੈਗੀ ਇਹਦੇ ਵਿੱਚੋਂ ਵੀ ਗੱਲ ਨਿਕਲਣੀ ਆ। ਜੀ ਇਹਦਾ ਕਵਿਤਾ ਦਾ ਭੈਣ ਜੀ ਤੇ ਬਲਵੀਰ ਜੀ ਜਿਹੜਾ ਹੈਡਿੰਗ ਹੈਗਾ ਨਾ ਉਹ ਹੈ हिंदी क्या, मुझे अच्छा नहीं लगता। जी जी मैं रोज खाना पकाती हूँ, तुम्हें बहुत प्यार से खिलाती हूँ। मैं रोज खाना पकाती हूँ, तुम्हें बहुत प्यार से खिलाती हूँ, पर तुम्हारे जूठे बर्तन उठाना मुझे अच्छा नहीं लगता। जी और तुम्हारे जूठे बर्तन उठाना मुझे अच्छा नहीं लगता। जी कई वर्षों से हम तुम साथ रहते हैं, कई वर्षों से हम तुम साथ रहते हैं। लाजिम है कि कुछ मतभेद तो होंगे, लाजिम है कि कुछ मतभेद तो होंगे, पर तुम्हारा बच्चों के सामने चिल्लाना मुझे अच्छा नहीं लगता। जी पर तुम्हारा बच्चों के सामने चिल्लाना मुझे अच्छा नहीं लगता। जी हम दोनों की ही जब किसी फंक्शन में जाना हो, हम दोनों को ही जब किसी फंक्शन में जाना हो, तुम्हारा पहले कार में बैठकर यूं हार्न बजाना मुझे अच्छा नहीं लगता। तुम्हारा पहले कार में बैठकर यूं हार्न बजाना मुझे अच्छा नहीं लगता। माना कि अब बच्चे हमारे कहने में नहीं है, माना कि अब बच्चे हमारे कहने में नहीं है, पर उनके बिगड़ने का सारा इल्जाम मुझ पर लगाना मुझे अच्छा नहीं लगता। पर उनके बिगड़ने का सारा इल्जाम मुझ पर लगाना मुझे अच्छा नहीं लगता। पूरा वर्ष तुम्हारे साथ ही तो रहती हूँ, पूरा वर्ष तुम्हारे साथ ही तो रहती हूँ, पर तुम्हारा ये कहना कि जरा मायके से जल्दी लौट आना मुझे अच्छा नहीं लगता। जरा मायके से जल्दी लौट आना मुझे अच्छा नहीं लगता। तुम्हारी माँ के साथ तो मैंने एक उम्र गुजार दी, तुम्हारी माँ के साथ तो मैंने एक उम्र गुजार दी, पर माँ से दो बातें करते तुम्हारा हिचकिचाना, पर मेरी माँ से दो बातें करते तुम्हारा हिचकिचाना मुझे अच्छा नहीं लगता। ये घर तेरा भी है हमदम, ये घर तेरा भी है हमदम, ये घर मेरा भी है हमदम, पर घर के बाहर सिर्फ तुम्हारा नाम लिखवाना मुझे अच्छा नहीं लगता। पर घर के बाहर तो सिर्फ तुम्हारा नाम लिखवाना मुझे अच्छा नहीं लगता। मैं चुप हूँ कि मेरा मन उदास है, मैं चुप हूँ कि मेरा मन उदास है, पर मेरी खामोशी को तुम्हारा यूं नजरअंदाज कर जाना मुझे अच्छा नहीं लगता। पूरा जीवन तो आखिरी है जी, मेरे पूरा जीवन तो मैंने ससुराल में गुजारा है, पूरा जीवन तो मैंने ससुराल में गुजारा है, फिर मायके से मेरा कफन मंगवाना मुझे अच्छा नहीं लगता।
ਬਸ ਇੰਨੀ ਕਵਿਤਾ ਜੀ ਤੇ ਇਹਦੇ ਵਿੱਚ ਬਹੁਤ ਜ਼ਬਰਦਸਤ ਮੈਸੇਜ ਵੀ ਹੈ ਜੀ, ਖਾਸ ਕਰਕੇ ਆਪਣੇ ਲਈ, ਆਪਾਂ ਬੰਦੇ ਆ ਤੇ ਮੈਨੂੰ ਲੱਗਦਾ ਵੀ ਭੈਣ ਜੀ ਹੁਣੀ ਤੇ ਹੋਰ ਜਿਹੜੀਆਂ ਸਾਡੀਆਂ ਭੈਣਾਂ ਸੁਣਦੀਆਂ ਉਹਨਾਂ ਨੂੰ ਇਹ ਕਵਿਤਾ ਚੰਗੀ ਲੱਗੀ ਤੇ ਮੈਨੂੰ ਵੀ ਚੰਗੀ ਲੱਗੀ ਸੀ, ਇਸ ਕਰਕੇ ਮੈਂ ਕਹਿੰਦਾ ਤੁਹਾਨੂੰ ਮੈਂ ਸ਼ੇਅਰ ਕਰਾਂ। ਡਾਕਟਰ ਇਹ ਸਾਹਿਬ ਭਾਜੀ ਹਰ ਲਾਈਨ ਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਮੈਸੇਜ ਆ ਹਰ ਇੱਕ ਲਾਈਨ ਦੇ ਵਿੱਚ ਹੀ। ਇਹ ਤਾਂ ਜੀ ਦੇਖੋ ਜੀ, ਇਹ ਬਲਵੀਰ ਹੁਣਾਂ ਨੂੰ ਯਾਨੀ ਕਿ ਜਾਂ ਮੈਨੂੰ ਤੇ ਜਾਂ ਮੇਰੇ ਭਰਾਵਾਂ ਨੂੰ ਸਮਝਣ ਦੀ ਗੱਲ ਹੈਗੀ ਆ, ਹਰ ਗੱਲ ਵਿੱਚ ਹੀ ਮੈਸੇਜ ਹੈਗਾ, ਇਸ ਕਰਕੇ ਲਈ ਮੈਂ ਕਹਿੰਦਾ ਮੈਂ ਆਪਣੇ ਭਰਾ ਨਾਲ ਤੇ ਭੈਣ ਜੀ ਹੁਣਾਂ ਨਾਲ ਯਾਨੀ ਕਿ ਜ਼ਰੂਰ ਸ਼ੇਅਰ ਕਰਨੀ ਗੱਲ। ਨਹੀਂ ਬਹੁਤ ਵਧੀਆ, ਬਹੁਤ ਚੰਗੀ ਗੱਲ ਕੀਤੀ ਤੁਸੀਂ। ਉਦੋਂ ਮੈਂ ਸਹੀ ਗੱਲ ਤੁਸੀਂ ਕੀਤੀ ਵੀ ਹਰ ਇੱਕ ਜਿਹੜਾ ਉਹਦਾ ਹਰ ਇੱਕ ਲਾਈਨ ਸੀ ਜਿਹੜਾ ਐਂਡ ਹੁੰਦਾ ਸੀ ਉਹਦੇ ਵਿੱਚ ਮੈਸੇਜ ਸੀ। ਔਰ ਮੈਂ ਡਾਕਟਰ ਸਾਹਿਬ ਇਹ ਸਮਝਿਆ ਵੀ ਇੱਥੇ ਤੁਹਾਨੂੰ ਵੀ ਪਤਾ ਹੀ ਹੈ ਬਹੁਤ ਇਹਦੇ ਵਿੱਚ ਗੱਲ ਆਈ ਸੀ ਵੀ ਜਿਹੜਾ ਘਰ ਦੇ ਉੱਤੇ ਨਾਂ ਨਾ ਲਿਖਿਆ ਹੁੰਦਾ, ਬੰਦੇ ਦਾ ਲਿਖਿਆ ਹੁੰਦਾ ਜੀ, ਔਰ ਔਰਤ ਨੂੰ ਤਾਂ ਬਿਲਕੁਲ ਹੀ ਮਨਫੀ ਕੀਤਾ ਹੁੰਦਾ ਵਿੱਚੋਂ। ਨਹੀਂ, ਨਾਲੇ ਜਿਹੜੀ ਅਖੀਰਲੀ ਗੱਲ ਹੈਗੀ ਜਿੱਤੇ ਯਾਨੀ ਕਿ ਮੈਨੂੰ ਬਹੁਤ ਵੱਡਾ ਇਤਰਾਜ਼ ਹੈਗਾ ਬਈ ਸਾਡੇ ਸਮਾਜ ਦੇ ਵਿੱਚ ਅਸੀਂ ਇੰਨੇ ਮੂਰਖ ਬੰਦੇ ਆ ਕਿ ਜਦੋਂ ਔਰਤ ਮਰ ਜਾਂਦੀ ਹੈ ਉਹਦਾ ਕਫਨ ਇਹ ਉਹਦੇ ਮਾਂ-ਬਾਪ ਤੋਂ ਯਾਨੀ ਕਿ ਜਿਹੜਾ ਪੇਕਿਆਂ ਤੋਂ ਹੋਣਾ ਚਾਹੀਦਾ। ਰਿਵਾਜ ਜਿੱਦਾਂ ਦੇ ਬਣਾਇਓ ਇਹ ਯਾਨੀ ਜਿਹੜੀ ਗੱਲ ਹੈ ਨਾ ਹੈਗੀ ਤੇ ਜਿਹੜੀ ਤੁਸੀਂ ਵੀ ਇਹ ਗੱਲ ਕੀਤੀ ਹੈ ਤੇ ਨਾਲੇ ਖਾਸ ਕਰਕੇ ਅਸੀਂ ਯਾਨੀ ਜਿਹੜੇ ਮਰਦ ਹੈਗੇ ਆ ਜੇ ਬੱਚੇ ਯਾਨੀ ਕਿ ਕਿਸੇ ਪਾਸੇ ਉਹ ਵਿਗੜ ਗਿਆ ਹੈ ਕਿਸੇ ਕਾਰਨ ਕਰਕੇ ਵੀ ਅਸੀਂ ਔਰਤ ਨੂੰ ਦੋਸ਼ ਦਿੰਦੇ ਤੇ ਅਸੀਂ ਆਪਣਾ ਆਪ ਬਿਲਕੁਲ ਹੀ ਜਿਹੜਾ ਹੈਗਾ ਉਹਦੇ ਵਿੱਚੋਂ ਬਾਹਰ ਨਿਕਲ ਜਾਂਦੇ। ਆਪ ਕਦੇ ਸਿੱਖਿਆ ਨਹੀਂ ਦਿੱਤੀ ਹੁੰਦੀ ਤਾਂ ਦੋਸ਼ ਸਾਰਾ ਹੀ ਜਿੱਦਾਂ ਘਰ ਵਾਲੀ ਤੇ ਲਾਉਣਾ ਵੀ ਤੈਂ ਬੱਚੇ ਵਿਗਾੜ ਦਿੱਤੇ। ਹਾਂ ਬਿਲਕੁਲ ਇਹ ਯਾਨੀ ਕਿ ਭੈਣ ਜੀ ਜਿਹੜਾ ਹੈਗਾ ਇਹ ਮੱਧ ਪ੍ਰਧਾਨ ਸਮਾਜ ਦੀਆਂ ਇੱਕ ਕਰਤੂਤਾਂ ਹੈ। ਇਹ ਗੱਲਾਂ ਤਾਂ ਅਸੀਂ ਕਰਦੇ ਹੈਗੇ ਬਰਾਬਰਤਾ ਦੀਆਂ ਜੀ, ਸਾਡਾ ਜੀ ਫਲਾਣਾ ਧਰਮ ਵੀ ਕਹਿੰਦਾ ਬਰਾਬਰਤਾ ਦੀ ਧਮਕਾਨੀ ਜੀ, ਬੜੀਆਂ ਜਿਹੜੀਆਂ ਹੈਗੀਆਂ ਉਹ ਗੁਰੂ ਨਾਨਕ ਸਾਹਿਬ ਦੀਆਂ ਯਾਨੀ ਜਿਹੜੀਆਂ ਜਿੰਨੇ ਵਿੱਚੋਂ ਟੂਕਾਂ ਵੀ ਆ ਉਹਨਾਂ ਦੀ ਬਾਣੀ ਵਿੱਚੋਂ ਵੀ, ਪਰ ਅਮਲ ਤਾਂ ਅਸੀਂ 550 ਸਾਲ ਹੋ ਗਿਆ ਕੀਤਾ ਹੀ ਨਹੀਂ ਕਿਸੇ ਗੱਲ ਤੇ ਵੀ। ਤੇ ਉਹ ਸਿਰਫ ਅਸੀਂ ਯਾਨੀ ਕਿ ਨਾ ਪ੍ਰਵਚਨ ਸੁਣਾਉਣ ਦੇ ਆਦੀ ਆ, ਪ੍ਰਵਚਨ ਸੁਣਦੇ ਬੜਾ ਯਾਨੀ ਕਿ ਰਾਗ ਗਾਉਣੇ ਆ, ਬੜਾ ਸਿਰ ਵੀ ਹਿਲਾਉਣੇ ਆ, ਪਰ ਅਸੀਂ ਪ੍ਰੈਕਟਿਸ ਦੇ ਵਿੱਚ ਕੁਝ ਨਹੀਂ ਕਰਦੇ। ਅਜੇ ਵੀ ਅਸੀਂ ਕੁੜੀਆਂ ਨੂੰ ਮਾਰਦੇ ਆ, ਐਵਰੀ ਡੇ ਯਾਨੀ ਖਬਰਾਂ ਆਉਂਦੀਆਂ ਹੈਗੀਆਂ ਕਿ ਕੁੜੀਆਂ ਨੂੰ ਯਾਨੀ ਕਿ ਜਿਹੜੀ ਹਰਾਸਮੈਂਟ ਹੁੰਦੀ ਹੈ ਇਹਨਾਂ ਮੁਲਕਾਂ ਵਿੱਚ ਵੀ ਯਾਨੀ ਕਿ ਕਾਫੀ ਹੋ ਰਹੀਆਂ ਤੇ ਕੁੜੀਆਂ ਨੂੰ ਮਾਰ ਵੀ ਦਿੱਤਾ ਜਾਂਦਾ ਹੈਗਾ। ਸੋ ਮੈਂ ਮਹਿਸੂਸ ਕਰਦਾ ਲੈ ਵੀ ਇਹ ਯਾਨੀ ਕਿ ਜਿਹੜੀ ਸਾਰੀ ਗੱਲ ਹੈਗੀ ਆ ਇਹ ਕਮਾਲ ਹੀ ਸੀਗੀ, ਉਹ ਵੀ ਤੁਹਾਨੂੰ ਮੈਂ ਕਿਤੇ ਸ਼ਾਇਦ ਅਗਲੇ ਹਫ਼ਤੇ ਕਿਤੇ ਸੁਣਾਊਂਗਾ, ਪਰ ਇਹ ਕਵਿਤਾ ਮੇਰੀ ਵਾਈਫ ਨੇ ਮੈਨੂੰ ਦਿੱਤੀ ਸੀ ਕਿ ਨਹੀਂ ਤੁਸੀਂ ਆਹ ਸੁਣਾਓ। ਜੀ ਬਹੁਤ ਵਧੀਆ ਸੀ। ਵਾਈਫ ਦਾ ਵੀ ਸ਼ੁਕਰਗੁਜ਼ਾਰ ਆ ਤੇ ਤੁਹਾਡਾ ਵੀ ਇਨਕੇ ਟਾਈਮ ਦੇਣ ਦੀ ਬਹੁਤ ਬਹੁਤ ਮਿਹਰਬਾਨੀ। ਅਸੀਂ ਭੈਣ ਜੀ ਦਾ ਵੀ ਸ਼ੁਕਰੀਆ ਕਰਦੇ ਹਾਂ ਜੀ ਤੇ ਭੈਣ ਜੀ ਕੈਰੀ ਔਨ ਡੂਇੰਗ ਅ ਗੁੱਡ ਜੌਬ। डॉक्टर साहब हाथी के दांत खाने के और दिखाने के और हैं। ਹਾਂਜੀ ਧਰਮ ਗ੍ਰੰਥਾਂ ਦੇ ਵਿੱਚ ਹੋਰ ਕੁਝ ਹੈ, ਬਾਹਰ ਕੁਝ ਹੋਰ ਹੋ ਰਿਹਾ। ਦੰਦੀ ਹੈ ਨਹੀਂ ਹੁਣ, ਉਹ ਤਾਂ ਦੂਜਾ ਹੀ ਕੰਮ ਚੱਲਦਾ। ਹਾਂਜੀ ਠੀਕ ਹੈ, ਦੰਦਾਂ ਤੋਂ ਬਗੈਰ। ਚਲੋ ਠੀਕ ਹੈ ਜੀ, ਥੈਂਕ ਯੂ ਭਾਜੀ, ਤੁਹਾਡਾ ਬਹੁਤ ਵਧੀਆ ਸੀਗਾ ਜੀ। ਹੈਵ ਅ ਗੁੱਡ ਡੇ, ਥੈਂਕ ਯੂ, ਬਾਏ ਬਾਏ। ਮੈਸੇਜ ਮਿਲ ਗਿਆ ਸਾਰਿਆਂ ਨੂੰ। ਹਾਂਜੀ ਜੀ ਬਹੁਤ ਵਧੀਆ ਮੈਸੇਜ ਸੀਗਾ। ਸਾਰੇ ਜਿੰਨੀ ਵੀ ਕਵਿਤਾ ਪੜ੍ਹੀ ਨਾ ਹਰ ਇੱਕ ਲਾਈਨ ਦੇ ਵਿੱਚ ਇੰਨਾ ਵਧੀਆ ਮੈਸੇਜ ਸੀ। ਇਹ ਘਰਾਂ 'ਚ ਹੁੰਦੀਆਂ ਵੀ ਆ ਗੱਲਾਂ ਜਿਹੜੀਆਂ ਹਰ ਰੋਜ਼ ਹੁੰਦੀਆਂ, ਰੋਜ਼ ਹੀ। ਤੁਸੀਂ ਦੇਖੋ ਕਿਸੇ ਦਾ ਬੱਚਾ ਵਿਗੜ ਜਾਂਦਾ, ਉਹ ਆਪ ਭਾਵੇਂ ਘਰ 'ਚ ਰਹਿੰਦੇ ਨਾ, ਹੁਣ ਹਰ ਵੇਲੇ ਪੱਬ 'ਚ ਰਹਿੰਦੇ, ਹੁਣ ਉਹਨਾਂ ਨੇ ਆਪਣੇ ਘਰ ਵਾਲੀ ਨੂੰ ਕਹਿਣਾ, ਨਾਲੇ ਉਹ ਸਾਰਾ ਦਿਨ ਕੰਮ ਕਰਨਾ, ਨਾਲੇ ਉਹਨੂੰ ਕਹਿਣਾ ਤੈਂ ਬੱਚੇ ਵਿਗਾੜ ਦਿੱਤੇ ਆ। ਕਿਹੜੀ ਮੰਮੀ ਚਾਹੁੰਦੀ ਆ ਵੀ ਸਾਡਾ ਬੱਚਾ ਧਿਆਨ ਨਹੀਂ ਰੱਖਿਆ, ਵੀ ਤੂੰ ਨਹੀਂ ਧਿਆਨ ਰੱਖਿਆ ਵੀ ਮਾਂ ਕਿੱਥੋਂ ਚਾਹੁੰਦੀ ਮੇਰੇ ਬੱਚੇ ਵਿਗੜਨ? ਮਾਂ ਤਾਂ ਹਰ ਵੇਲੇ ਖੁਸ਼ੀਆਂ ਚਾਹੁੰਦੀ ਆ ਵੀ ਸਾਡੇ ਘਰ 'ਚ ਖੁਸ਼ੀਆਂ ਹੋਣ, ਤੇ ਪਰ ਕਹਿਣ ਵਾਲੇ ਨਹੀਂ ਦੇਖਦੇ। ਵਿਗੜਨੇ ਵਿੱਚ ਵੀ ਬਹੁਤੀਆਂ ਨਹੀਂ ਗੱਲਾਂ ਹੈਗੀਆਂ ਵੀ ਕੀ ਵਿਗੜਿਆ ਹੁੰਦਾ। ਹਾਂਜੀ ਮਾੜਾ ਮੋਟਾ ਕੁਛ ਦੋ ਗੱਲਾਂ ਹੈ ਵਿਗੜਨ ਦੀਆਂ ਜਿਹੜੀਆਂ ਸਾਡੇ ਦਿਮਾਗ ਨੂੰ ਜ਼ਿਆਦਾ ਟੁੰਬਦੀਆਂ ਹੈਗੀਆਂ ਵੀ ਜੇ ਕਹਿੰਦੇ ਵੀ ਸਾਡਾ ਨਿਆਣਾ ਵਿਗੜ ਗਿਆ ਨਾ, ਉਹ ਵੀ ਦੋ ਗੱਲਾਂ ਹੁੰਦੀਆਂ। ਇੱਕ ਤਾਂ ਹੁੰਦੀ ਆ ਵੀ ਉਹਨੇ ਵਿਆਹ ਸ਼ਾਦੀ ਨਹੀਂ ਸਾਡੇ ਹਿਸਾਬ ਨਾਲ ਕਰਾਇਆ, ਇਹਨੂੰ ਵਿਗੜਿਆ ਕਹਿੰਦੇ ਆ। ਜਾਨੀ ਵੀ ਜੇ ਕੋਈ ਇਦਾਂ ਹੋ ਗਿਆ ਕੁਛ ਨਾ, ਚਲ ਜੇ ਨਸ਼ੇ ਪੱਤੇ ਕਰਦਾ ਤੇ ਜੇ ਦੂਜੀ ਗੱਲ ਜੇ ਉਹਨੇ ਕੋਲੇ ਪੜ੍ਹਾਈ ਤੁਹਾਡੇ ਹਿਸਾਬ ਨਾਲ ਨਹੀਂ ਕੀਤੀ ਜਾਂ ਤੁਹਾਡੇ ਕੋਲ ਨਹੀਂ ਰਿਹਾ ਹੈਗਾ ਤਾਂ ਤੁਸੀਂ ਵਿਗੜਿਆ ਕਹਿੰਦੇ। ਹੋਰ ਗੱਲਾਂ ਤਾਂ ਸਾਰੀਆਂ ਠੀਕ ਹੀ ਹੁੰਦੀਆਂ, ਪਰ ਆਪਾਂ ਨੂੰ ਆਪਣਾ ਆਪ ਸੁਧਾਰਨਾ ਚਾਹੀਦਾ ਨਾ, ਆਪਾਂ ਨੂੰ ਵੀ। ਇੰਨੀਆਂ ਕਿ ਗੱਲਾਂ ਆ ਜਿਹੜੀਆਂ ਕਹਿੰਦੇ ਆ ਵੀ ਜਾਨੀ ਵਿਗੜ ਗਿਆ ਹੈਗਾ, ਹੋਰ ਨਹੀਂ ਕੁਛ ਹੈਗਾ। ਵੀ ਸਾਡੇ ਧਰਮ ਜਾਂ ਸਾਡੇ ਜਾਤ ਦੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਜੇ ਥੋੜਾ ਬਹੁਤ ਇਧਰ ਜਾਂਦਾ ਬੰਦਾ ਕਹਿੰਦਾ ਵੀ ਵਿਗੜ ਗਿਆ ਬਸ। ਹੈਲੋ ਜੀ। ਹੈਲੋ ਜੀ ਭੈਣ ਜੀ, ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ। ਕੌਣ ਤਾਂ ਕਿੱਥੋਂ ਬੋਲ ਰਿਹਾ ਜੀ? ਹਾਂਜੀ ਮੈਂ ਕਮਲ ਜੀ, ਸੋਪਾਲ ਸਾਊਥਹੈਂਪਟਨ ਤੋਂ। ਸੋਪਾਲ ਸਾਹਿਬ ਸਵਾਗਤ ਹੈ ਵੀਰ ਜੀ। ਹੋਰ ਕਿਤੇ ਠੀਕ ਠਾਕ ਸਾਰੀ ਫੈਮਿਲੀ? ਹਾਂਜੀ ਸਾਰੇ ਠੀਕ ਠਾਕ, ਥੈਂਕ ਯੂ। ਤੁਸੀਂ ਸੁਣਾਓ? ਸਾਰੇ ਠੀਕ ਠਾਕ ਜੀ? ਬਹੁਤ ਵਧੀਆ ਪ੍ਰੋਗਰਾਮ ਜਾ ਰਿਹਾ। ਠੀਕ ਹੈ ਜੀ। ਕੀ ਲੈ ਕੇ ਆਏ ਵੀਰ ਜੀ? ਹਾਂਜੀ ਮੈਂ ਕਿਹਾ ਵੀ ਚਲੋ ਮੈਂ ਵੀ ਹਾਜ਼ਰੀ ਲਵਾਉਣਾ ਅੱਜ। ਹਾਂਜੀ ਵਧੀਆ, ਤੁਸੀਂ ਤਾਂ ਆ ਗਏ। ਅਸੀਂ ਆਉਂਦੇ ਤੁਸੀਂ ਤਾਂ। ਹਾਂਜੀ ਮੈਂ ਕਿਹਾ ਵੀ ਦਿਨ ਵੀ ਅੱਜ ਵਧੀਆ ਹੈ, ਜਿੱਦਾਂ ਇਸ ਤਰ੍ਹਾਂ ਲੱਗਦਾ ਵੀ ਜਿੱਦਾਂ ਆਪਾਂ ਇੰਡੀਆ 'ਚ ਨਹੀਂ ਜਾਈਦਾ ਸ਼ਾਮ ਨੂੰ ਦਾਣੇ ਬਣਾਉਣ। ਹਾਂਜੀ ਉਦਾਂ ਦਾ ਥੋੜਾ ਮੌਸਮ ਲੱਗਦਾ ਅੱਜ ਬਾਹਰ ਵਧੀਆ, ਨਾਲ ਥੋੜੀ ਠੰਡ ਠੰਡਾ ਤੇ ਨਾਲੇ ਗਰਮੀ। ਮੈਨੂੰ ਚੇਤਾ ਆ ਗਿਆ, ਮੈਂ ਕਿਹਾ ਚਲੋ ਮੈਂ ਗਾਣਾ ਸੁਣਾਉਣਾ। ਦਾਣੇ ਬਣਾਉਣ ਦਾ ਬਹੁਤ ਚੇਤਾ ਆਇਆ ਤੁਹਾਨੂੰ?
ਗਾਣਾ ਬੜਾ ਲਿਖਿਆ ਠੀਕ ਹੈ, ਆ ਜਾਓ ਭੱਠੀਵਾਲ ਜੀ, ਗਾਣਾ ਵੀ ਇਦਾਂ ਦਾ ਮੈਂ ਕਿਹਾ ਚਲੋ ਮਹਿੰਦਰ ਕਪੂਰ ਜੀ ਦਾ ਗਾਇਆ ਤੇ ਆ ਜਾਓ ਫਿਰ ਲੈ ਕੇ ਆ ਜਾਓ ਭੱਠੀਵਾਲ ਜੀ। ਹਾਂਜੀ ਹਾਂਜੀ। ਪੱਠੀ ਵਾਲੀਏ ਚੰਬੇ ਦੀਏ ਡਾਲੀਏ, ਪੱਠੀ ਵਾਲੀਏ ਚੰਬੇ ਦੀਏ ਡਾਲੀਏ, ਪੀੜਾਂ ਦਾ ਪਰਾਗਾ ਪੁੰਨ ਦੇਨੀ ਪੱਠੀ ਵਾਲੀਏ ਜੀ। ਤੈਨੂੰ ਦਇਆ ਹੰਝੂਆਂ ਦਾ ਪਾੜਾ ਨੀ, ਪੀੜਾਂ ਦਾ ਪਰਾਗਾ ਪੁੰਨ ਦੇਨੀ ਪੱਠੀ ਵਾਲੀਏ ਜੀ। ਹੋ ਗਿਆ ਕੁਬੇਲਾ ਮੈਨੂੰ ਟਲ ਗਈਆਂ ਸ਼ਾਵਾਂ ਨੀ, ਹੋ ਗਿਆ ਕੁਬੇਲਾ ਮੈਨੂੰ ਟਲ ਗਈਆਂ ਸ਼ਾਵਾਂ ਨੀ, ਬੇਲਿਆਂ ਚੋਂ ਮੁੜ ਆਈਆਂ ਮੱਝੀਆਂ ਤੇ ਗਾਵਾਂ ਨੀ। ਬਹੁਤ ਵਧੀਆ। ਆਇਆ ਚਿੜੀਆਂ ਨੇ ਚੀਕ ਚਹਾੜਾ ਨੀ, ਪੀੜਾਂ ਦਾ ਪਰਾਗਾ ਪੁੰਨ ਦੇਨੀ ਪੱਠੀ ਵਾਲੀਏ ਜੀ। ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨੀ, ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨੀ, ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰਨੀ ਜੀ। ਉਸ ਪਿੰਡ ਦਾ ਸੁਣੀਦਾ ਰਹਾ ਮਾੜਾ ਨੀ, ਪੀੜਾਂ ਦਾ ਪਰਾਗਾ ਪੁੰਨ ਦੇਨੀ ਪੱਠੀ ਵਾਲੀਏ ਜੀ। ਬਹੁਤ ਵਧੀਆ। ਸੌਂ ਗਈਆਂ ਹਵਾਵਾਂ ਰੋ ਰੋ ਕਰ ਬਿਰਲਾਪਨੀ, ਸੌਂ ਗਈਆਂ ਹਵਾਵਾਂ ਰੋ ਰੋ ਕਰ ਬਿਰਲਾਪਨੀ, ਤਾਰਿਆਂ ਨੂੰ ਚੜ ਗਿਆ ਮਿੱਠਾ ਮਿੱਠਾ ਤਾਪਨੀ ਜੀ। ਚੰਨ ਸਾਵਾਂ ਜੀ ਦੀ ਤਰਸ ਗਿਆ ਲਾੜਾ ਨੀ, ਪੀੜਾਂ ਦਾ ਪਰਾਗਾ ਪੁੰਨ ਦੇਨੀ ਪੱਠੀ ਵਾਲੀਏ ਜੀ। ਬਹੁਤ ਵਧੀਆ। ਤੈਨੂੰ ਦਇਆ ਹੰਝੂਆਂ ਦਾ ਪਾੜਾ ਨੀ, ਪੀੜਾਂ ਦਾ ਪਰਾਗਾ ਪੁੰਨ ਦੇਨੀ ਪੱਠੀ ਵਾਲੀਏ। ਬਹੁਤ ਵਧੀਆ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਬਹੁਤ ਵਧੀਆ। ਕਮਲਜੀਤ ਸਾਹਿਬ ਬਹੁਤ ਵਧੀਆ ਜਾਨ ਪਾਤੀ ਗਾਣੇ ਦੇ ਵਿੱਚ। ਜੈ ਕਿਤੇ। ਬਹੁਤ ਵਧੀਆ ਗਾਇਆ ਜੀ। ਰੂਹ ਨਾਲ ਗਾਇਆ ਤੁਸੀਂ। ਥੈਂਕ ਯੂ ਤੁਹਾਡਾ। ਥੈਂਕ ਯੂ ਜੀ ਤੁਹਾਡਾ। ਐਸੀ ਕਮਲਜੀਤ ਹਾਂਜੀ ਸੁਰਪਾਲ ਜੀ। ਹਾਂਜੀ ਬਹੁਤ ਸੋਹਣਾ ਗਾਇਆ। ਬਹੁਤ ਸੋਹਣਾ ਗਾਇਆ ਜੀ। ਹਾਂਜੀ ਹੁਣ ਤੁਸੀਂ ਰੂਹ ਕਰਦੀ ਸੀ ਹੁਣ ਗਾਈ ਜਾਣ। ਗਾਈ ਜਾਣ। ਹਾਂਜੀ ਹਟਣਾ ਹੁਣ। ਹਾਂਜੀ ਤੁਸੀਂ ਕਰ ਲਓ ਫਿਰ ਗੱਲ। ਫਿਰ ਤੁਸੀਂ ਕਹਿਣਾ ਟਾਈਮ ਨਹੀਂ ਮਿਲਿਆ। ਕਰ ਲਓ ਪਹਿਲਾਂ। ਸਾਡੇ ਕੋਲ ਤਾਂ ਦੋ ਚਾਰ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਖਬਰਸਾਰ ਫਰਨ ਸਾਂਝੀ ਕਰਨੀ ਹੁੰਦੀ ਆ ਜੀ। ਕਰ ਲਓ ਬਈ ਉਹ ਅਸੀਂ ਕਹਿੰਦੇ ਉਹ ਵੀ ਅਸੀਂ ਕਰੀਏ ਸਾਡੇ ਭੈਣਾਂ ਭਰਾਵਾਂ ਦੇ ਨਾਲ ਤੇ ਫਿਰ ਸਾਨੂੰ ਥੋੜੀ ਸ਼ਾਂਤੀ ਰਹਿੰਦੀ ਆ ਜੀ। ਹਾਂਜੀ ਨਹੀਂ ਤਾਂ ਜੇ ਕਾਲ ਆ ਗਈ ਤਾਂ ਕਾਲ ਆ ਜਾਣਗੇ ਤਾਂ ਤੁਸੀਂ ਗਾਉਣ ਲੱਗ ਪੈਣਾ। ਹਾਂਜੀ ਕਹਿੰਦੇ ਵੀ ਇੱਥੇ ਡਰਾਈਵਰਾਂ ਦੀ ਛੋਟ ਆਉਣ ਦੇ ਨਾਲ ਨਾ ਡਰਾਈਵਰ ਦੀ ਛੋਟ ਆਈ ਦਾ ਤਾਂ ਪਤਾ ਹੀ ਆ ਵੀ ਆਈ ਹੈਗੀ ਆ ਲੱਖ ਬੰਦਾ ਚਾਹੀਦਾ ਇਹਨਾਂ ਨੂੰ। ਉਹ ਆਪਾਂ ਇੱਕ ਵਾਰੀ ਸ਼ੇਅਰ ਵੀ ਕੀਤੀ ਸੀ ਗੱਲ ਜੀ। ਪਰ ਕਹਿੰਦੇ ਵੀ ਜਿਹੜੇ ਸੂਰ ਆ ਨਾ ਪਿਗ ਜਿਹੜੇ ਹੈਗੇ ਆ ਉਹਦਾ ਮੀਟ ਜਿਹੜਾ ਬਣਾਉਂਦੇ ਆਪਾਂ ਨਾ ਦੇਖਣ ਉਹਦਾ ਬੋਰਸ ਸਾਹਿਬ ਨੂੰ ਲੋਕਾਂ ਨੇ ਪ੍ਰੋਟੈਸਟ ਕਰਕੇ ਵੀ ਕਿਹਾ ਹੈਗਾ ਵੀ ਬੋਰਸ ਸਾਹਿਬ ਸਮੈਲ ਕਰੋ ਕਹਿੰਦੇ ਵੇਚਣ ਦੀ ਹਨਾ ਵੀ ਤੁਹਾਨੂੰ ਯਾਦ ਆਵੇ ਵੀ ਸਾਡੇ ਜਿਹੜੇ ਪਿਗ ਜਿਹੜੇ ਰਸੂਰ ਆ ਨਾ ਉਹਨਾਂ ਨਾਲ ਜਿਹੜੇ ਫਾਰਮ ਸੀ ਸਾਡੇ ਭਰ ਗਏ ਹੈਗੇ ਆ ਫੁੱਲ ਹੋ ਗਏ ਜਿਆਦੇ ਉੱਤੇ ਪਿਗ ਹੋ ਗਏ ਹੈਗੇ ਆ ਤੇ ਗਿਣਤੀ ਜਿਆਦੇ ਵੱਧ ਗਈ ਹੈ ਤਾਂ ਸਾਡੇ ਕੋਲ ਥਾਂ ਘਟ ਗਿਆ ਫਾਰਮਾਂ ਦੇ ਵਿੱਚ ਤੇ ਇਹਦਾ ਕੋਈ ਹੱਲ ਕਰੋ ਫਟਾਫਟ ਤੁਸੀਂ ਡਰਾਈਵਰ ਮੰਗਾਓ ਤੇ ਜਾ ਕੇ ਡਰਾਈਵਰ ਮੰਗਾਓ ਤੇ ਦੂਜੀ ਗੱਲ ਬੁੱਚੜ ਜਿਹੜੇ ਹੈਗੇ ਆ ਆਪਾਂ ਪੰਜਾਬੀ ਚ ਇੰਡੀਆ ਚ ਬੁੱਚੜ ਕਹਿੰਦੇ ਹੁੰਦੇ ਸੀਗੇ ਨਾ ਇੱਥੇ ਵੀ ਬੁੱਚੜੇ ਕਹਿੰਦੇ ਆ ਅੰਗਰੇਜ਼ੀ ਵਿੱਚ ਵੀ ਬੁੱਚੜੇ ਕਹਿੰਦੇ ਆ ਤੇ ਜਿਹੜਾ ਮੀਟ ਵੱਢਦਾ ਉਹਨੂੰ ਬੁੱਚੜ ਕਹਿੰਦੇ ਉੱਥੇ ਇੱਥੇ ਬੁੱਚੜ ਕਹਿੰਦੇ ਯਾਨੀ ਥੋੜਾ ਜਿਹਾ
ਅੱਖਰ ਉਹੀ ਹੈ ਸਾਰਾ ਕੁਝ ਬਈ ਜਿਹੜੇ ਮੀਟ ਕੱਟਣ ਵਾਲੇ ਲੋਕ ਆ ਉਹ ਜਿਹੜੇ ਪ੍ਰੋਫੈਸ਼ਨਲ ਹੁੰਦੇ ਇੱਥੇ ਇਦਾਂ ਨਹੀਂ ਹੁੰਦਾ ਵੀ ਜਿੱਥੇ ਮਰਜ਼ੀ ਤੁਸੀਂ ਗਲਾਸਾ ਮਾਰ ਦਿਓ ਜੋ ਮਰਜ਼ੀ ਕਰੀ ਜਾਓ ਇੱਥੇ ਬੜੇ ਤਰੀਕੇ ਨਾਲ ਕੰਮ ਕਰਨਾ ਪੈਂਦਾ ਉਹਦੀ ਟ੍ਰੇਨਿੰਗ ਲੈਣੀ ਪੈਂਦੀ ਆ ਕਹਿੰਦੇ ਵੀ ਉਹ ਤੁਸੀਂ ਬੰਦੇ ਨਾ ਲਿਆਓ ਇੱਥੇ ਤੇ ਉਹਨਾਂ ਦੀ ਵੀ ਘਾਟ ਆਈ ਕਿਉਂਕਿ ਜਿਹੜੇ ਜਦੋਂ ਦਾ ਬ੍ਰੈਕਸਿਟ ਹੋਇਆ ਤਾਂ ਲੋਕ ਚਲੇ ਬਹੁਤ ਗਏ ਸੀ ਜਿਹੜੇ ਥੋੜੇ ਬਹੁਤੇ ਕਾਰੀਗਰ ਸੀਗੇ ਡਰਾਈਵਰ ਜੁੜ ਗਏ ਸੀ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਵੀ ਉਹ ਚਿਕਨ ਵੀ ਵੱਧ ਰਿਹਾ ਤੇ ਉਹ ਜਾਨਵਰ ਜਿਹੜੇ ਅੰਦਰ ਇੰਨੇ ਜ਼ਿਆਦਾ ਹੋ ਗਏ ਆ ਵੀ ਉਹ ਮਰਨੇ ਸ਼ੁਰੂ ਹੋ ਗਏ ਹੈਗੇ ਆ ਔਰ ਬਾਹਰ ਪਬਲਿਕ ਜਿਹੜੀ ਭੁੱਖੀ ਹੈਗੀ ਆ ਉਹਨਾਂ ਨੂੰ ਉਹ ਮੀਟ ਚਾਹੀਦਾ ਹੈਗਾ ਤੇ ਉਹ ਮੀਟ ਸਪਲਾਈ ਨਹੀਂ ਹੋ ਰਿਹਾ ਹੈਗਾ ਤੇ ਅੰਦਰ ਸਾਨੂੰ ਤੰਗੀ ਆ ਰਹੀ ਫਾਰਮਰ ਇਹ ਕਹਿ ਰਹੇ ਹੈਗੇ ਉਹਨਾਂ ਨੂੰ ਸਾਂਭਣਾ ਮੁਸ਼ਕਲ ਹੋਇਆ ਹੈ ਇਸ ਕਰਕੇ ਜਿਹੜੇ ਉਹ ਇੰਤਜ਼ਾਮ ਹੋ ਰਿਹਾ ਹੈਗਾ ਕਰਦੇ ਆ ਵੀ ਅਸੀਂ ਅਮਰੀਕਾ ਵਗੈਰਾ ਜਾਂ ਆਲੇ ਦੁਆਲੇ ਦੇ ਕੰਟਰੀਆਂ ਤੋਂ ਜਿਹੜੇ ਇਦਾਂ ਦੇ ਕਾਰੀਗਰ ਬੰਦੇ ਸੱਦਾਂਗੇ ਕਿਉਂਕਿ ਜਿਹੜੇ ਸਾਡੇ ਤੋਂ ਕਾਰੀਗਰ ਇਦਾਂ ਦੇ ਆਉਣੇ ਔਖੇ ਆ ਸਾਡੇ ਇੰਡੀਆ ਵਾਲੇ ਮੁਲਕਾਂ ਤੋਂ ਉੱਥੇ ਮੀਟ ਕੱਟਣ ਦਾ ਪਤਾ ਨਹੀਂ ਵੀ ਜਿਸ ਤਰੀਕੇ ਨਾਲ ਇੱਥੇ ਕੱਟਿਆ ਜਾਂਦਾ ਹੈਗਾ ਕਿੱਦਾਂ ਦਾ ਉਹ ਕੰਮ ਕਰਦੇ ਹੈਗੇ ਸਕਿਲਡ ਬੰਦੇ ਰੱਖਣੇ ਪੈਂਦੇ ਹੈਗੇ ਆ ਸੋ ਇਹ ਉਹਨਾਂ ਦੀ ਗੱਲਬਾਤ ਹੈਗੀ ਹੈ ਕਿ ਇੱਕ ਦੂਜੀ ਗੱਲ ਉਹਨਾਂ ਦੀ ਇਹ ਗੱਲ ਹੈ ਵੀ ਉਹ ਜਦੋਂ ਉਹਨਾਂ ਦਾ ਸਾਈਜ਼ ਵੱਡਾ ਹੋ ਜਾਂਦਾ ਤੇ ਉਹ ਖਾਣਾ ਵੀ ਉਹਨਾਂ ਦਾ ਖਰਚਾ ਵੱਧ ਜਾਂਦਾ ਫਾਰਮਰ ਜਿਹੜੇ ਨਾ ਉਹਨਾਂ ਨੂੰ ਪਾਲਦੇ ਉਹਨਾਂ ਦਾ ਖਰਚਾ ਵੱਧ ਜਾਂਦਾ ਉਹਨਾਂ ਦਾ ਖਰਚਾ ਜ਼ਿਆਦਾ ਆਉਣ ਲੱਗ ਪੈਂਦਾ ਇਸ ਕਰਕੇ ਵੀ ਉਹਨਾਂ ਨੂੰ ਤੰਗੀ ਆਉਂਦੀ ਹੈਗੀ ਦੂਜੀ ਗੱਲ ਉਹ ਕਹਿੰਦੇ ਵੀ ਬਹੁਤ ਸਾਰੇ ਕੰਮ ਜਿਹੜੇ ਹੈਗੇ ਆ ਨਾ ਇਸ ਦੇਸ਼ ਵਿੱਚ ਅਸੀਂ ਬਹੁਤ ਸਾਰੇ ਟੈਸਟ ਔਖੇ ਕੀਤੇ ਹੈਗੇ ਇੰਗਲਿਸ਼ ਤੇ ਕਾਫੀ ਮਿਨਿਸਟਰਾਂ ਦਾ ਕਹਿਣਾ ਹੈਗਾ ਕਹਿੰਦੇ ਵੀ ਕਈ ਕੰਮ ਹੈਗੇ ਤੁਸੀਂ ਥੋੜੀ ਘੱਟ ਇੰਗਲਿਸ਼ ਨਾਲ ਵੀ ਉਹ ਕੰਮ ਕਰ ਸਕਦੇ ਹੈਗੇ ਆ ਕਿੰਨੇ ਕੰਮ ਹੁੰਦੇ ਜਿਹੜੇ ਤੁਹਾਨੂੰ ਟ੍ਰੇਨਿੰਗ ਦਿੱਤੀ ਹੋਵੇ ਕੰਮ ਦੀ ਤੇ ਜੇ ਤੁਹਾਨੂੰ ਥੋੜੀ ਬਹੁਤੀ ਘੱਟ ਵੀ ਇੰਗਲਿਸ਼ ਆਉਂਦੀ ਹੋਈ ਨਾ ਵੀ ਪੂਰੀ ਗੱਲ ਬਣਦੀ ਹੋਵੇ ਤਾਂ ਤੁਹਾਡੀ ਬਣ ਸਕਦੀ ਇਸ ਕਰਕੇ ਵੀ ਵੀਜ਼ਿਆਂ ਵਿੱਚ ਵੀ ਕੋਈ ਵੀਜ਼ਾ ਦੇਣ ਵਿੱਚ ਵੀ ਕੋਈ ਇਦਾਂ ਦੀ ਢਿਲਮਸ ਹੋਣੀ ਚਾਹੀਦੀ ਆ ਵੀ ਜਿਹੜਾ ਬੰਦਾ ਸੌਖਾ ਇੱਥੇ ਪਹੁੰਚ ਜਾਵੇ ਤੇ ਉਹ ਆ ਕੇ ਕੰਮ ਕਰ ਸਕੇ ਤੇ ਉਹਨੂੰ ਪੂਰੀ ਜਾਂ ਟ੍ਰੇਨਿੰਗ ਪੂਰੀ ਦਿੱਤੀ ਹੋਵੇ ਜੇ ਉਹਨੂੰ ਪੂਰੀ ਟ੍ਰੇਨਿੰਗ ਹੁਣ ਦੇਖੋ ਨਾ ਇੱਕ ਵਾਰੀ ਮੀਟ ਕੱਟਣ ਦੀ ਤੁਸੀਂ ਟ੍ਰੇਨਿੰਗ ਪੂਰੀ ਲੈ ਲਈ ਤਾਂ ਤੁਹਾਨੂੰ ਉਹ ਪਤਾ ਵੀ ਹੁਣ ਤੁਸੀਂ ਕਿਹੜੀ ਇੰਗਲਿਸ਼ ਬੋਲੀ ਜਾਣੀ ਉਹਦੇ ਵਿੱਚ ਉਹ ਤੁਸੀਂ ਜੇ ਸਹੀ ਤਰੀਕੇ ਨਾਲ ਤੁਹਾਨੂੰ ਟ੍ਰੇਨਿੰਗ ਦੇ ਦਿੱਤੀ ਪ੍ਰੋਫੈਸ਼ਨਲ ਲੋਕਾਂ ਨੇ ਤੇ ਤੁਸੀਂ ਉਦਾਂ ਦਾ ਕੰਮ ਕਰੀ ਜਾਣਾ ਉਦਾਂ ਦਾ ਕੰਮ ਕਰੀ ਜਾਣਾ ਤੇ ਉਹ ਫਿਰ ਉੱਥੇ ਉਹ ਟਿਕ ਜਾਂਦੇ ਹੈਗੇ ਬੰਦੇ ਹਨਾ ਸੋ ਇਹ ਗੱਲਾਂ ਬਾਤਾਂ ਹੈਗੀਆਂ ਸੀਗੀਆਂ ਜੇ ਤੁਹਾਡੇ ਕੋਲ ਕਾਲ ਨਹੀਂ ਆਈ ਤਾਂ ਹੋਰ ਗੱਲ ਕਰ ਲੈਂਦੇ ਇੱਕ ਉਹ ਵੀ ਕਰਨੀ ਆਪਾਂ ਜਿਹੜੀ ਉਹ ਉੱਥੇ ਗੱਡੀ ਚੜਾਈ ਆ ਉਹ ਵੀ ਕਰਦੇ ਅਸੀਂ ਦੂਜੀ ਗੱਲ ਹੈਗੀ ਆ ਵੀ ਇੱਥੇ ਸੋ ਇਹ ਸਾਰੀ ਇੰਡੀਆ ਵਾਲਿਆਂ ਨੂੰ ਥੋੜੀ ਜਿਹੀ ਤੰਗੀ ਹੈਗੀ ਇਦਾਂ ਦੇ ਵੀਜ਼ੇ ਲੈਣ ਨੂੰ ਪਰ ਇਹ ਸ਼ਾਇਦ ਇਧਰਲੇ ਪਾਸੋਂ ਅਮਰੀਕਾ ਵੱਲੋਂ ਜਾਂ ਇਧਰਲੇ ਯੂਰਪੀਅਨ ਕੰਟਰੀਆਂ ਤੋਂ ਅਰੇਂਜਮੈਂਟ ਕਰੂਗੇ ਔਰ ਬਹੁਤ ਸਾਰੇ ਲੋਕ ਕਹਿੰਦੇ ਵੀ ਅਸੀਂ ਯੂਰਪ ਤੋਂ ਜਾਂ ਇਧਰ ਨੂੰ ਹੁਣ ਆਉਂਦੇ ਆ ਨਾ ਅੱਗੇ ਆਉਣਾ ਸੌਖਾ ਹੀ ਸੀ ਤੇ ਹੁਣ ਲੋਰੀਆਂ ਲੈ ਕੇ ਆਉਂਦੇ ਆ ਤਾਂ ਸਾਨੂੰ ਕਈ ਘੰਟੇ ਜਾਂ ਇੱਕ ਦਿਨ ਵੀ ਉੱਥੇ ਵੇਟ ਕਰਨੀ ਪੈ ਜਾਂਦੀ ਖੜਿਆਂ ਨੂੰ ਤਾਂ ਕਰਕੇ ਵੀ ਸਾਨੂੰ ਜਿਹੜੀ ਆਹ ਜਿਹੜੀ ਸ਼ੋਰਟੇਜ ਆਉਣੀ ਸ਼ੁਰੂ ਹੋ ਗਈ ਹੈਗੀ ਆ ਤੇ ਇੱਕ ਹੋਰ ਗੱਲ ਆ ਵੀ ਇਹ ਇਨਫੋਰਮੇਸ਼ਨ ਇਦਾਂ ਦੀ ਆ ਬਈ ਹੁਣ ਬਿਜਲੀ ਦੀਆਂ ਜਿਹੜੀਆਂ ਨਾ ਕਾਰਾਂ ਬਣੀਆਂ ਹੈਗੀਆਂ ਬਹੁਤ ਸਾਰਾ ਜਿਹੜਾ ਸਿਸਟਮ ਆ ਉਹ ਇਲੈਕਟ੍ਰਿਕ ਤੇ ਹੋਈ ਜਾਂਦਾ ਹੈਗਾ ਆ ਘਰਾਂ ਦੀ ਬਿਜਲੀ ਘਰਾਂ ਦੇ ਵਿੱਚ ਵੀ ਤੁਸੀਂ ਵੇਖਦੇ ਸੀ ਦੇਖ ਲਓ ਸੋਲਰ ਪਾਵਰ ਚੱਲਦੀ ਹੈਗੀ ਆ ਔਰ ਕਾਰਾਂ ਬਹੁਤ ਸਾਰੀਆਂ ਬੈਟਰੀਆਂ ਦੇ ਉੱਤੇ ਬਣਦੀਆਂ ਹੈਗੀਆਂ ਆ ਨਵੀਆਂ ਕਾਰਾਂ ਤਾਂ ਬਹੁਤ ਸਾਰੇ ਬੈਟਰੀ ਦੇ ਉੱਤੇ ਆ ਗਈਆਂ ਹੈਗੀਆਂ ਤੇ ਬਹੁਤ ਸਾਰੇ ਲੋਕ ਆ ਉਹਨਾਂ ਕੋਲ ਬਹੁਤ ਸਾਰੀਆਂ ਪੁਰਾਣੀਆਂ ਕਾਰਾਂ ਖੜੀਆਂ ਹੈਗੀਆਂ ਜਿਹੜੀਆਂ ਵਿੰਟੇਜ ਕਾਰਾਂ ਉਹਨੂੰ ਕਹਿੰਦੇ ਆ ਜਾਂ ਉਹਨੂੰ ਕਲਾਸਿਕ ਕਹਿ ਲੈਂਦੇ ਜਾਂ ਟੀਕ ਕਹਿ ਲੈਂਦੇ ਕਾਰਾਂ ਉਹ ਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਜਿਹੜੇ ਪਾਰਟਸ ਹੈ ਨਾ ਆਬਸੋਲੀਟ ਕਹਿ ਦਿੰਦੇ ਵੀ ਜਿੱਦਾਂ ਖਤਮ ਹੋ ਗਿਆ ਹੁਣ ਬਣਾਉਂਦੇ ਨਹੀਂ ਉਹਨਾਂ ਦੇ ਪਾਰਟ ਨਹੀਂ ਬਣਾਉਂਦੇ ਫਿਰ ਇੰਜਨ ਵਗੈਰਾ ਉਹਨਾਂ ਦੇ ਚੱਲਦੇ ਨਹੀਂ ਤਾਂ ਉਹਨਾਂ ਦੀ ਜਿਹੜੀ ਬਾਡੀ ਆ ਉਹਨਾਂ ਕੋਲ ਖੜੀ ਰਹਿੰਦੀ ਆ ਉਹ ਸੋਹਣੀਆਂ ਲੱਗਦੀਆਂ ਦੇਖਣ ਨੂੰ ਪਰ ਉਹ ਰੋਡ ਤੇ ਨਹੀਂ ਆ ਸਕਦੀਆਂ ਕਿਉਂਕਿ ਉਹ ਉਹਨਾਂ ਦੇ ਅੰਦਰ ਚਲਾਉਣ ਵਾਲਾ ਇੰਜਨ ਦਾ ਸਿਸਟਮ ਪੂਰਾ ਕੰਮ ਨਹੀਂ ਕਰ ਰਿਹਾ ਹੈਗਾ ਤਾਂ ਉਹਦੇ ਪਾਰਟ ਨਹੀਂ ਉਹਨਾਂ ਨੂੰ ਮਿਲ ਰਹੇ ਹੈਗੇ ਸੋ ਥੋੜੇ ਬਹੁਤੇ ਮਿਲਦੇ ਵੀ ਹੋਣਗੇ ਪਰ ਕਈ ਵਾਰੀ ਉਹਨਾਂ ਦਾ ਮਨ ਹੁਣ ਕਰਦਾ ਵੀ ਇਹਨਾਂ ਨੂੰ ਅਸੀਂ ਬਿਜਲੀ ਤੇ ਬਣਾ ਲਈਏ ਬੈਟਰੀ ਤੇ ਬਣਾ ਲਈਏ ਉਹਨਾਂ ਪੁਰਾਣੀਆਂ ਕਾਰਾਂ ਬਹੁਤ ਸੋਹਣੀਆਂ ਉਹ ਕਾਰਾਂ ਹੈਗੀਆਂ ਤਾਂ ਕਿ ਜਿਹੜੀ ਉਹਨਾਂ ਦੀ ਦੇਖਿਆ ਜਿਹੜੀ ਬਾਹਰੋਂ ਦੇਖਣ ਨੂੰ ਉਹੀ ਲੱਗੇ ਅੰਦਰ ਉਹਦੇ ਸਿਸਟਮ ਅਸੀਂ ਬੈਟਰੀ ਦਾ ਪਾ ਦਈਏ ਤੇ ਉਹ ਰੋਡ ਦੇ ਉੱਤੇ ਆ ਸਕਦੀ ਆ ਤੇ ਬਹੁਤ ਸਾਰੇ ਲੋਕਾਂ ਨੇ ਉਹ ਬਣਾਉਣੀਆਂ ਸ਼ੁਰੂ ਵੀ ਕਰ ਦਿੱਤੀਆਂ ਹੈਗੀਆਂ ਜਿਹਨਾਂ ਕੋਲ ਬਹੁਤ ਉਹਨਾਂ ਦੀ ਕੀਮਤ ਬਹੁਤ ਹੁੰਦੀ ਆ ਜਿਹੜੀਆਂ ਵਿੰਟੇਜ ਕਾਰਾਂ ਹੁੰਦੀਆਂ ਆ ਕਲਾਸਿਕ ਕਾਰ ਉਹਨੂੰ ਕਹਿੰਦੇ ਵੱਡੀਆਂ ਹੁੰਦੀਆਂ ਉਹ ਕਹਿੰਦੇ ਵੀ ਉਹ ਜਦ ਅਸੀਂ ਬਣਾਉਂਦੇ ਆ ਤੇ ਉਹ ਤਾਂ ਖਰਚਾ ਵੀ ਕਾਫੀ ਆਉਂਦਾ ਆ 20 ਤੋਂ 30,000 ਪਾਉਂਡ ਤੱਕ ਉਹਦਾ ਖਰਚਾ ਆ ਜਾਂਦਾ ਇੱਥੇ ਤਾਂ 5-6 ਮਹੀਨੇ ਲੱਗ ਵੀ ਜਾਂਦੇ ਕਈ ਕਾਰਾਂ ਸੌਖੀਆਂ ਬਣਾਉਣੀਆਂ ਕਈਆਂ ਨੂੰ ਕਾਫੀ ਆਲਟਰੇਸ਼ਨ ਕਰਨੀ ਪੈਂਦੀ ਕਾਫੀ ਕੁਛ ਉਹਨਾਂ ਦੇ ਪੁਰਜੇ ਵਗੈਰਾ ਇੱਧਰ ਉੱਧਰ ਨੂੰ ਕਰਨੇ ਪੈਂਦੇ ਆ ਉਹ ਕਹਿੰਦੇ ਵੀ ਅਸੀਂ ਇਹ ਜਿਹੜੇ ਪਾਰਟ ਵੀ ਹੈਗੇ ਆ ਨਾ ਬਹੁਤ ਸਾਰੀਆਂ ਵਧੀਆ ਕਾਰਾਂ ਜਿਹੜੀਆਂ ਐਕਸੀਡੈਂਟ ਹੋ ਜਾਂਦੀਆਂ ਜਾਂ ਇਦਾਂ ਦੀ ਗੱਲਬਾਤ ਹੋ ਜਾਂਦੀ ਆ ਉਹਨਾਂ ਦੇ ਅਸੀਂ ਵਰਤ ਲੈਂਦੇ ਹੈਗੇ ਤਾਂ ਪਾ ਦਿੰਦੇ ਉਹਨਾਂ ਤੋਂ ਉਹ ਨਾਲ ਉਹ ਚੱਲ ਪੈਂਦੀਆਂ ਹੈਗੀਆਂ ਤੇ ਪਰ ਇਹ ਗੱਲ ਚੰਗੀ ਵੀ ਹੈਗੀ ਆ ਕਿਉਂਕਿ ਉਹ ਖੜੀਆਂ ਉਦਾਂ ਜਾਂ ਉਹ ਜਿਹੜਾ ਚਲਾਉਣ ਜਿਹਦੇ ਕੋਲ ਖੜੀ ਆ ਉਹਦਾ ਵੀ ਮਨ ਖੁਸ਼ ਹੋ ਜਾਂਦਾ ਵੀ ਮੈਂ ਲੈ ਕੇ ਚੱਲਾਂ ਪਰ ਕਾਫੀ ਖਰਚੇ ਦਾ ਵੀ ਕੰਮ ਹੈਗਾ ਸੋ ਜੇ ਦੂਜੀ ਗੱਲ ਪੋਲੂਸ਼ਨ ਦਾ ਬੜਾ ਹੋਊਗਾ ਵੀ ਉਹ ਜੇ ਆਊਗੀ ਰੋਡ ਦੇ ਉੱਤੇ ਤੇ ਬਿਜਲੀ ਨਾਲ ਚੱਲਣੀ ਬੈਟਰੀ ਨਾਲ ਚੱਲਣੀ ਆ ਖਰਚਾ ਵੀ ਘਟਿਆ ਧੂਆਂ ਵਗੈਰਾ ਵੀ ਘਟਿਆ ਤੇ
ਚੰਗੀ ਵੀ ਲੱਗੂਗੀ ਲੈਵਲ ਰੋਡ ਦੇ ਉੱਤੇ। ਹੁਣ ਤੁਸੀਂ ਇਦਾਂ ਦੀਆਂ ਕਾਰਾਂ ਵੀ ਦੇਖੋਗੇ ਥੋੜੀ ਦੇਰ ਤੱਕ ਜਿਨ੍ਹਾਂ ਕੋਲ ਕਾਫੀ ਪੈਸਾ ਤੇਲਾ ਹੈਗਾ ਜਾਂ ਪੁਰਾਣੀਆਂ ਇਦਾਂ ਦੀਆਂ ਕਾਰਾਂ ਖੜੀਆਂ ਹੈਗੀਆਂ, ਉਹਨਾਂ ਨੂੰ ਨਹੀਂ ਬਿਜਲੀ ਉੱਤੇ ਕਰਨ ਲਈ ਵੀ ਸੋਚ ਲੈਣਾ ਹੈਗਾ ਵੀ ਰੋਡਾਂ ਦੇ ਉੱਤੇ ਤੁਸੀਂ ਨਵੀਆਂ ਦੇ ਨਾਲ ਪੁਰਾਣੀਆਂ ਵੀ ਦੇਖੋਗੇ। ਹਾਂਜੀ, ਹੋਰ ਕੁਝ ਕਰਦੀ ਗੱਲਬਾਤ? ਉਹ ਮੈਂ ਤਾਂ ਕਹਿੰਦੇ ਸੀ ਕਰਨੀ ਗੱਲ ਜਿਹੜੀ ਉਹ ਉੱਥੇ ਤੇ ਗੱਡੀ ਚੜੇ ਹੋਈ ਆ। ਹਾਂ, ਕਰਦੇ ਆ, ਟਾਈਮ ਰਹਿੰਦਾ ਹਾਲੇ। ਹਾਂਜੀ, ਕਰ ਲਓ ਕੋਈ। ਦੂਜੀ ਗੱਲ ਹੈਗੀ ਬਈ ਵਾਇਰਸ ਦੀ ਗੱਲ ਹੈਗੀ ਆ ਬਈ ਕਹਿੰਦੇ ਵੀ 35,000 ਬੰਦਾ ਹਰ ਰੋਜ਼ ਜਿਹੜਾ ਉਹ ਪੋਜ਼ਿਟਿਵ ਹੋ ਜਾਂਦਾ ਹੈਗਾ ਜੀ। 35,000 37,000 ਬੰਦਾ 37 ਤੱਕ ਚੱਲ ਜਾਂਦੀ ਗੱਲਬਾਤ ਹੈ। ਹਾਂਜੀ, ਸੋ ਇਹ ਬਹੁਤ ਗਿਣਤੀ ਹੈਗੀ ਆ। ਤੇ ਡੈਥ ਵੀ ਜਿਹੜੀ 130 ਦੇ ਨੇੜੇ ਤੇੜੇ ਵੱਧ ਘੱਟ ਵੀ ਹੋ ਜਾਂਦੀ ਹੈ। ਤੇ ਜੇ ਅਸੀਂ ਮਹੀਨੇ ਦਾ ਮੋਟਾ ਹਿਸਾਬ ਲਾਈਏ ਤਾਂ 3,000 ਬੰਦਾ ਹੋ ਹੀ ਜਾਂਦਾ, ਡੈਥ ਜਿਹੜੀ ਹੋ ਜਾਂਦੀ ਹੈ 3,000। ਜੇ 100 ਵੀ ਰੋਜ਼ ਦਾ ਲਾਈਏ ਨਾ ਤਾਂ ਵੀ 3,000, ਪਰ ਇਹ ਤੋਂ ਵੱਧ ਘੱਟ ਹੋ ਜਾਂਦੀ ਹੈ ਇਹ। ਤੇ ਜਾਣੀ ਬਈ ਖਤਰੇ ਦੀ ਘੰਟੀ ਵੀ ਅਜੇ ਪੂਰੀ ਹੈਗੀ ਆ ਤੇ ਇਹ ਲਈ ਸਤਰਕ ਵੀ ਹੋ ਜੇ ਸਰਕਾਰ ਵੀ ਇਹ ਹੁਣ ਜ਼ਿਆਦਾ ਹੋ ਜਾਣਾ ਠੰਡ ਕਰਕੇ। ਹਾਂ, ਕਿੱਦਾਂ ਇਹ ਫੈਲਦਾ ਇਹਦੀ ਬਾਅਦ ਦੀ ਗੱਲ ਆ ਬਈ ਵੈਕਸੀਨ ਬਹੁਤ ਸਾਰੇ ਲੋਕਾਂ ਨੇ ਲਵਾਈ ਨਹੀਂ ਹੋਣੀ। ਹੁਣ ਬਹੁਤ ਸਾਰਾ ਇਹ ਵੀ ਨਹੀਂ ਕਹਿ ਦਿੱਤਾ ਵੀ ਜਿਹੜਾ ਕੰਮ ਦੇ ਉੱਤੇ ਵੀ ਤੁਸੀਂ ਬਹੁਤ ਸਾਰੇ ਕੰਮ ਇਦਾਂ ਦੇ ਕਰ ਦਿੱਤੇ ਹੈਗੇ ਵੀ ਜਿੱਥੇ ਤੁਸੀਂ ਨੋ ਜੌਬ ਵੀ ਜਾਣੀ ਜੇ ਤੁਹਾਡਾ ਜੌਬ ਕਹਿੰਦੇ ਇੱਥੇ ਟੀਕੇ ਨੂੰ ਕਹਿੰਦੇ ਆ, ਜੇ ਤੁਸੀਂ ਵੈਕਸੀਨ ਨੂੰ ਕਹਿੰਦੇ ਆ ਨਾ ਵੀ ਜੇ ਤੁਸੀਂ ਉਹ ਲਵਾਇਆ ਨਹੀਂ ਹੈਗਾ ਤਾਂ ਤੁਹਾਨੂੰ ਜੌਬ ਵੀ ਨਹੀਂ ਮਿਲਣੀ ਹੈਗੀ। ਇਸ ਕਰਕੇ ਹੁਣ ਜਿਹੜੇ ਕਹਿੰਦੇ ਸੀ ਵੀ ਅਸੀਂ ਲਵਾਉਣਾ ਹੀ ਨਹੀਂ, ਬਿਲਕੁਲ ਉਹਨਾਂ ਨੂੰ ਵੀ ਲਵਾਉਣਾ ਪੈਣਾ ਕਿਉਂਕਿ ਜੌਬ ਦੇ ਉੱਤੇ ਜਾਣਾ ਉਹਨੇ ਕੰਮ ਦੇ ਉੱਤੇ, ਤਾਂ ਉਹ ਲਵਾਉਗੇ ਤਾਂ ਜਾਊਗੇ, ਨਹੀਂ ਤਾਂ ਫਿਰ ਉਹ ਘਰ ਬੈਠੂਗੇ ਹੈ ਨਾ। ਇਦਾਂ ਦੀਆਂ ਗੱਲਾਂ ਵੀ ਹੋ ਸਕਦੀਆਂ ਹੈਗੀਆਂ। ਸੋ ਹਾਂਜੀ, ਤੁਸੀਂ ਹੁਣ ਦੱਸੋ ਬਈ ਇਹ ਗੱਲ ਵਧੀ ਜਾਣੀ ਹਲੇ ਹੋਰ, ਤੇ ਆਪਾਂ ਹੋਰ ਗੱਲਬਾਤ ਤੁਹਾਡੇ ਵੱਲੋਂ ਸੁਣਦੇ ਹਾਂ। ਹਾਂਜੀ, ਹਾਂ, ਉਹ ਵੀ ਆਪਣਾ ਅਫਸੋਸ ਦੀ ਗੱਲ ਹੈਗੀ ਆ ਜੀ, ਇੰਡੀਆ ਦੀ ਵੀ ਹੈਗੀ ਜੀ, ਯੂਪੀ ਦੀ ਜਿਹੜੀ ਹੈਗੀ ਆ। ਪਿਛਲੇ ਹਫਤੇ ਜਦੋਂ ਆਪਾਂ ਪ੍ਰੋਗਰਾਮ ਕਰਦੇ ਸੀ ਤਾਂ ਆਪਾਂ ਨੂੰ ਬਹੁਤਾ ਗੱਲ ਦਾ ਨਹੀਂ ਪਤਾ ਜੀ ਉਸ ਵੇਲੇ, ਹੈ ਨਾ। ਇੱਕ ਇੰਟਰਨੈਟ ਵਗੈਰਾ ਬੰਦ ਸੀਗੇ, ਜਿੱਦਾਂ ਦੀ ਗੱਲਬਾਤਾਂ ਆ ਰਹੀਆਂ ਸੀ, ਕਈ ਵਾਰੀ ਹਰ ਗੱਲ ਦੇ ਉੱਤੇ ਧਿਆਨ ਵੀ ਨਹੀਂ ਦੇ ਹੁੰਦਾ ਹੈਗਾ ਤੇ ਹੋਰ ਕੰਮਾਂ 'ਚ ਵੀ ਰਹਿ ਜੀਦਾ। ਜਿਹੜੀ ਉੱਥੇ ਹੈਗਾ ਆ ਲੋਕ ਪ੍ਰੋਟੈਸਟ ਕਰਦੇ ਸੀਗੇ ਤੇ ਉਹਨਾਂ ਦੇ ਉੱਤੇ ਜਿਹੜੀ ਉਹ ਗੱਡੀ ਚਾੜ ਦਿੱਤੀ ਤੇ ਕਈ ਉਹ ਸਾਡੇ ਵੀਰ ਜਿਹੜੇ ਆ ਉੱਥੇ ਉਹ ਪੂਰੇ ਹੋ ਗਏ। ਉਹ ਹਾਂ, ਗੱਡੀ ਏਦਾਂ ਪਿੱਛੋਂ ਆਈ ਆ ਤਾਂ ਅਸੀਂ ਦੇਖਿਆ ਹੋਵੇ ਉਹਨਾਂ ਉੱਤੇ ਚੜੀ ਹੈਗੀ ਆ। ਤੇ ਕਾਰਨ ਕੀ ਰਹੇ ਹੋਣਗੇ, ਜਾਣੀ ਉਹ ਜੋ ਦਿਸਿਆ ਸਾਨੂੰ, ਜੋ ਦੀਦਾ ਹੈਗਾ ਵੀ ਗੱਡੀ ਕਿੱਦਾਂ ਚੜੀ ਹੈਗੀ ਆ, ਵੀ ਬਹੁਤ ਮਾੜੀ ਗੱਲ, ਬਹੁਤ ਜ਼ਿਆਦਾ ਮਾੜੀ ਗੱਲ ਆ। ਔਰ ਤੁਸੀਂ ਤੁਰੇ ਜਾਂਦੇ ਲੋਕਾਂ ਦੇ ਉੱਤੇ ਇਹ ਗੱਡੀਆਂ ਚੜੀਆਂ ਹੈਗੀਆਂ ਬਈ ਉਹ ਜੋ ਕੁਝ ਪਿਕਚਰ ਵਿੱਚ ਆਇਆ ਹੈਗਾ ਜਾਨੀ ਬਹੁਤ ਗਲਤ ਉਹ ਦਿਸਦਾ ਹੈਗਾ ਬਈ ਇਦਾਂ ਦਾ ਮਨ ਕਿਦਾਂ ਬੰਦੇ ਦਾ ਹੋ ਜਾਂਦਾ, ਲੈ ਵੀ ਮੈਂ ਉਦਾਂ ਹੀ ਗੱਡੀ ਉੱਤੇ ਚਾੜ ਦਿਆਂ ਜਾਂ ਮਾਰ ਦਿਆਂ ਲੋਕਾਂ ਨੂੰ। ਕੁੱਤਾ ਵੀ ਜਾਨਵਰ ਵੀ ਦੇਖਦਾ ਵੀ ਮੁਰੇ ਹੈਗਾ ਤਾਂ ਮੈਂ ਨਾ ਚੜਾਂ। ਤੁਹਾਨੂੰ ਪਤਾ ਇੱਥੇ ਕਿੰਨਾ ਕੁਝ ਹੋਇਆ ਸੀਗਾ ਜਾਂ ਲੰਡਨ ਜਾਂ ਹੋਰ ਥਾਵਾਂ ਦੇ ਉੱਤੇ ਜਾਂ ਫਰਾਂਸ ਵਿੱਚ ਵੀ ਤੁਰੇ ਜਾਂਦੇ ਲੋਕਾਂ ਦੇ ਉੱਤੇ ਤੁਸੀਂ ਗੱਡੀਆਂ ਵੈਨਾਂ ਚਾੜ ਦਿੱਤੀਆਂ ਜੇ ਕੁਝ ਚਾੜ ਦਿੱਤਾ। ਉਹਦੀ ਗੱਲ ਹਜੇ ਤੱਕ ਕੋਈ ਨਹੀਂ ਫਿਨਿਸ਼ ਹੋਈ ਹੈਗੀ। ਹਾਂ, ਉਹ ਹੁਣ ਸਰਕਾਰਾਂ ਦੇ ਉੱਤੇ ਜਾਂ ਪ੍ਰਸ਼ਾਸਨ ਦੇ ਉੱਤੇ ਗੱਲਬਾਤ ਹੈਗੀ, ਉਹ ਕਿੱਦਾਂ ਨੂੰ ਲੈ ਕੇ ਜਾਂਦੇ ਗੱਲਬਾਤ ਜਾਂ ਕਿੱਦਾਂ ਮੁੱਕੂਗੀ ਗੱਲ, ਉਹ ਉਧਰ ਹੀ ਜਾਣੀ ਚਾਹੀਦੀ। ਪਰ ਸਾਨੂੰ ਜਿਹੜਾ ਦੁੱਖ ਆ ਉਹ ਇਹ ਆ ਵੀ ਜਿਹੜਾ ਬੰਦੇ ਜਾਨਾਂ ਤੁਸੀਂ ਉਦਾਂ ਹੀ ਖਤਮ ਕਰ ਦਿੱਤੀਆਂ, ਦਰੜ ਕੇ ਰੱਖ ਦਿੱਤੇ ਬੰਦੇ, ਸਿਰਫ ਗੱਡੀ ਲਗਾ ਦਿੱਤੀ ਉਹਨਾਂ ਦੇ ਉੱਤੇ ਦੀ। ਇਹ ਤੁਹਾਨੂੰ ਕਿੱਥੋਂ ਤੁਹਾਡੇ ਅੰਦਰ ਇਹ ਦਿਮਾਗ ਇਦਾਂ ਦਾ ਆ ਜਾਂਦਾ, ਇਦਾਂ ਦਾ ਗੰਦ ਬਣ ਜਾਂਦਾ ਜਿਹੜਾ ਕਿਸੇ ਵੀ ਬੰਦੇ ਦੇ ਅੰਦਰ। ਈਵਨ ਕਿ ਇੱਥੇ ਵੀ ਜਿਹੜੇ 40 ਕਿਸੇ ਨੇ ਦੱਸੀ ਲੰਡਨ ਵਿੱਚ, ਫਰਾਂਸ ਵਿੱਚ, ਆਲੇ ਦੁਆਲੇ ਬੇਕਸੂਰ ਲੋਕ ਜਿਹੜੇ ਤੁਰੇ ਫਿਰਦੇ ਹੈਗੇ ਉਹਨਾਂ ਉੱਤੇ ਚਾੜ ਕੇ ਤੁਸੀਂ ਮਾਰ ਦਿੰਦੇ। ਕੋਈ ਪੜਨ ਜਾਂਦਾ ਹੁੰਦਾ, ਕੋਈ ਕੁਛ ਕਰਦਾ ਹੁੰਦਾ, ਇਹ ਵੀ ਹੁਣ ਆਪਣਾ ਕੰਮ ਕਰਦੇ ਸੀ। ਹਾਂ, ਕਈ ਲੋਕ ਕਿਤੇੋਂ ਆਏ ਹੁੰਦੇ, ਕੋਈ ਪੜਨ ਆਏ ਸੀ ਇੱਥੇ, ਲੋਕ ਉਹ ਵੀ ਮਾਰੇ ਸੀ। ਜਾਨੀ ਇਦਾਂ ਹੀ ਬਈ ਗਲਤ ਆ, ਅਸੀਂ ਕਹਿੰਦੇ ਹੋਇਆ ਸਾਰਾ ਹੈਗਾ। ਔਰ ਇਸ ਗੱਲ ਦਾ ਅਸੀਂ ਬਹੁਤ ਦੁੱਖ ਵੀ ਮਨਾਉਂਦੇ ਹਾਂ ਔਰ ਬਹੁਤ ਮਾੜੀ ਗੱਲ ਆ। ਹਾਂਜੀ, ਹੋਣੀ ਨਹੀਂ ਚਾਹੀਦੀ। ਇੱਕ ਹੋਰ ਵੀ ਗੱਲ ਸ਼ੇਅਰ ਕਰ ਲਈਏ। ਅਸੀਂ ਲਾਸਟ ਸੈਟਰਡੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਿਹੜਾ ਆ ਡੈਥ ਐਨੀਵਰਸਰੀ ਸੀ, 9 ਅਕਤੂਬਰ ਨੂੰ ਸੀਗਾ। 9 ਅਕਤੂਬਰ ਵੈਸੇ ਤਾਂ 9 ਅਕਤੂਬਰ 2006 ਦੀ ਗੱਲ ਆ ਇਹ, ਪਰ ਫਿਰ ਸਾਲ ਆਉਂਦੇ ਜਾਂਦੇ ਤਾਂ ਆਪਾਂ ਫਿਰ ਉਸ ਸਾਲ ਮਨਾਉਂਦੇ ਉਹਨਾਂ ਦੇ। ਔਰ ਉਹਨਾਂ ਦੀ ਗੱਲ ਇਹ ਆ ਵੀ ਆਪ ਤਾਂ ਪੜ੍ਹੇ ਹੋਏ ਸੀ, ਉਹਨਾਂ ਤੋਂ ਪਹਿਲਾਂ ਵੀ ਲੋਕ ਬਹੁਤ ਪੜ੍ਹੇ ਹੋਏ ਸੀ। ਔਰ ਜਿਹੜੀ ਉਹਨਾਂ ਨੇ ਜਾਗਰਤੀ ਲਿਆਂਦੀ ਹੈ ਕਿ ਲੋਕਾਂ ਦੇ ਵਿੱਚ, ਈਵਨ ਕਿ ਜਿਹੜੇ ਪੜ੍ਹੇ ਲਿਖੇ ਲੋਕ ਵੀ ਸੀਗੇ ਉਹ ਵੀ ਸੁੱਤੇ ਪਏ ਸੀ। ਉਹ ਜਗਾਏ ਉਹਨਾਂ ਨੇ। ਪੜ੍ਹੇ ਤਾਂ ਸੀਗੇ ਪਰ ਸੁੱਤੇ ਪਏ ਹੁੰਦੇ, ਜਿੰਨੇ ਚਿਰ ਤੁਹਾਨੂੰ ਕੋਈ
ਤੇਲੀ ਨਹੀਂ ਲਾਉਂਦਾ ਤੀਲੀ ਨਹੀਂ ਲਾਉਂਦਾ ਹਨਾ ਜੀ ਜੀ ਤੇ ਉਹਨਾਂ ਨੇ ਉਹ ਜਾਣੀ ਜਾਗਰਤੀ ਵਾਲੀ ਜਿਹੜੀ ਤੀਲੀ ਆ ਜੀ ਉਹ ਲਾਈ ਆ ਸਮਾਜ ਦੇ ਅੰਦਰ ਤੇ ਉਹਨਾਂ ਲੋਕਾਂ ਨੂੰ ਜਗਾਇਆ ਵੀ ਦੇਖੋ ਤੁਹਾਡੇ ਸਮਾਜ ਦੇ ਅੰਦਰ ਕੀ ਹੋ ਰਿਹਾ ਹੈ ਹਾਂਜੀ ਔਰ ਤੁਸੀਂ ਸੁੱਤੇ ਪਏ ਹੈਗੇ ਪੜ੍ਹਨ ਦੇ ਬਾਵਜੂਦ ਵੀ ਤੁਸੀਂ ਸੁੱਤੇ ਪਏ ਹੈਗੇ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਤੁਹਾਨੂੰ ਸੁਰਤੇ ਨਹੀਂ ਵੀ ਤੁਹਾਡੇ ਸਮਾਜ ਦੇ ਅੰਦਰ ਵੀ ਵਿੱਚ ਕੀ ਕੁਝ ਹੋ ਰਿਹਾ ਹੈਗਾ ਜੀ ਸੋ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਗਾਇਆ ਇਸ ਗੱਲ ਦਾ ਸਿਹਰਾ ਜਿਹੜਾ ਉਹਨਾਂ ਨੂੰ ਜਾਂਦਾ ਹੈਗਾ ਵੀ ਜਿਹੜੇ ਡਾਕਟਰ ਸਾਹਿਬ ਦੀ ਜਿਹੜੀ ਵਿਚਾਰਧਾਰਾ ਸੀ ਭਾਵੇਂ ਉਹਨਾਂ ਨੇ ਲਿਖੇ ਸੀਗੇ ਸੰਵਿਧਾਨ ਹਾਂਜੀ ਉਹ ਜਿਹੜੇ ਲਿਖਣ ਦੇ ਬਾਵਜੂਦ ਵੀ ਜੇ ਦਬਾ ਦਿਓ ਕਿਸੇ ਗੱਲ ਨੂੰ ਤਾਂ ਉਹ ਰਹਿੰਦੀ ਨਹੀਂ ਹੈਗੀ ਹਾਂਜੀ ਡੱਬੀ ਰਹਿ ਜਾਂਦੀ ਤੇ ਉਹ ਇਹਨਾਂ ਨੂੰ ਉਹਦੀ ਜਾਣੀ ਭਿਣਕ ਲੱਗੀ ਗੱਲ ਦੀ ਤੇ ਇਹਨਾਂ ਦੇ ਮਨ ਵਿੱਚ ਆਈ ਨੇ ਆਪਣੇ ਸਾਇੰਟਿਸਟ ਸੀਗੇ ਇਹ ਤੇ ਨੇ ਆਪਣੀ ਜੌਬ ਛੱਡ ਕੇ ਜਾਣੀ ਉਧਰਲੇ ਪਾਸੇ ਨੂੰ ਹੋ ਗਏ ਔਰ ਉਧਰਲੇ ਪਾਸੇ ਜਾ ਕੇ ਸਾਰੀ ਆਪਣੀ ਜ਼ਿੰਦਗੀ ਜਾਣੀ ਨਾ ਉਸ ਸਾਈਕਲ ਤੇ ਘੁੰਮ ਕੇ ਲਾ ਦਿੱਤੀ ਸਾਰਾ ਭਾਰਤ ਗਾ ਕੇ ਔਰ ਪੜ੍ਹੇ ਲਿਖੇ ਲੋਕਾਂ ਨੂੰ ਸਮਝਾਇਆ ਵੀ ਤੁਹਾਡੇ ਸਮਾਜ ਵਿੱਚ ਕੀ ਹੋ ਰਿਹਾ ਹੈਗਾ ਤੇ ਉਹ ਸਮਝਾਉਣ ਦੇ ਬਾਅਦ ਫਿਰ ਜਾਣੀ ਜਿਹੋ ਚੰਗਿਆੜੀ ਭੜਕੀ ਤੇ ਅੱਜ ਉਹ ਕਿਤੇ ਦੀ ਕਿਤੇ ਹੈਗੀ ਆ ਉਹਨਾਂ ਦੀ ਜਿਹੜੀ ਜਗਾਇਓ ਲੋਕ ਉਹਨਾਂ ਨੂੰ ਸੁਰਤ ਆਈ ਆ ਵੀ ਉਹ ਸਟੇਜਾਂ ਤੇ ਬੋਲਦੇ ਗੱਲਬਾਤ ਕਰਦੇ ਆ ਔਰ ਤੁਹਾਨੂੰ ਸਮਝਾਉਂਦੇ ਆ ਵੀ ਕਿੱਥੇ ਤਕਲੀਫ ਹੈਗੀ ਆ ਔਰ ਇਹਨੂੰ ਅਸੀਂ ਕਿਵੇਂ ਹੱਲ ਕਰੀਏ ਇਹ ਸਾਰੀਆਂ ਗੱਲਾਂ ਪਹਿਲਾਂ ਕਰਨ ਵਾਲੀਆਂ ਵੀ ਸੀਗੀਆਂ ਪਰ ਮੈਂ ਕਿਹਾ ਤੁਹਾਡਾ ਪ੍ਰੋਗਰਾਮ ਜਿਹੜਾ ਫਿਰ ਉਧਰ ਨੂੰ ਚੱਲ ਜਾਣਾ ਹਾਂਜੀ ਤੇ ਆਪਣਾ ਹੁਣ ਪ੍ਰੋਗਰਾਮ ਵੀ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦਿੰਦੇ ਹਾਂ ਹਾਂਜੀ ਤੇ ਜਿਹੜੇ ਭੈਣ ਭਰਾ ਆਏ ਜਿਨ੍ਹਾਂ ਨੇ ਹਿੱਸਾ ਲਿਆ ਤਾਂ ਉਹਨਾਂ ਦਾ ਅਸੀਂ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ ਤੇ ਬਹੁਤ ਸੋਹਣੇ ਉਹਨਾਂ ਦੇ ਵਿਚਾਰ ਸੀਗੇ ਜਿੰਨੇ ਵੀ ਆਏ ਭੈਣ ਭਰਾ ਤੇ ਇੱਦਾਂ ਰਲ ਮਿਲ ਕੇ ਦੇਖੋ ਇਸ ਪ੍ਰੋਗਰਾਮ ਨੂੰ ਆਪਾਂ ਚਾਰ ਚੰਦ ਲਾਉਂਦੇ ਤਾਂ ਸੋਹਣਾ ਲੱਗਦਾ ਜਦ ਗੱਲਾਂ ਬਾਤਾਂ ਕਰਦੇ ਆਪਾਂ ਨੂੰ ਉਹਦੇ ਵਿੱਚੋਂ ਦੇਖੋ ਸਿੱਖਣ ਨੂੰ ਕਿੰਨਾ ਕੁਝ ਮਿਲਦਾ ਜੀ ਬਿਲਕੁਲ ਹਾਂਜੀ ਤੇ ਤੁਸੀਂ ਵੀ ਬੁਲਾ ਲਓ ਜੈ ਗੁਰਦੇਵ ਜੀ ਹਾਂਜੀ ਆਪ ਸਭ ਦੋਸਤਾਂ ਦਾ ਥੈਂਕ ਯੂ ਕਰਦੇ ਹਾਂ ਧੰਨਵਾਦ ਕਰਦੇ ਹਾਂ ਅਸੀਂ ਜਿਹੜਾ ਤੁਸੀਂ ਆਉਂਦੇ ਆ ਔਰ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੇ ਆ ਔਰ ਅਸੀਂ ਚਾਹੁੰਦੇ ਹੁੰਦੇ ਕਿ ਜਾਗਰਤੀ ਦੀਆਂ ਗੱਲਾਂ ਵੀ ਹੋਣ ਔਰ ਜਿਹਦੇ ਨਾਲ ਸਮਾਜ ਜਾਗੇ ਔਰ ਸਾਡੀ ਜਿਹੜੀ ਸੁਰਤ ਉਹ ਕਾਮਯਾਬ ਹੋਵੇ ਤਾਂ ਕਿ ਸਮਾਜ ਦੇ ਵਿੱਚ ਕੋਈ ਨਵੀਂ ਚਿੰਗ ਵੀ ਫੁੱਟੇ ਜੇ ਅਸੀਂ ਪੁਰਾਣਾ ਜਿਹੜਾ ਪਾਣੀ ਖੜਾ ਨਾ ਉਹ ਮੁਸ਼ਕਲ ਲੱਗ ਪੈਂਦਾ ਤੇ ਜ਼ਰੂਰੀ ਹੈ ਸਾਨੂੰ ਵੀ ਅਸੀਂ ਨਵੀਂ ਸੋਚ ਵੀ ਅਪਣਾਈਏ ਤਾਂ ਕਿ ਨਵੇਂ ਪਾਸੇ ਨੂੰ ਵੀ ਅਸੀਂ ਸਾਡੀ ਸੋਚ ਬਦਲੇ ਔਰ ਇੱਥੇ ਅਸੀਂ ਸਾਡੇ ਵੱਲੋਂ ਬਹੁਤ ਪਿਆਰ ਨਾਲ ਜੈ ਗੁਰਦੇਵ।